ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਗਰੀਬਾਂ ਨੂੰ ਨਿਵਾਜਣ ਵਾਲੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਬਾਣੀ ਗੁਰੂ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਦੀ ਮਿਹਰ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਸਿੰਘਾਂ ਨਗਰ ਤੱਲਣ ਮਹਾਂਪੁਰਖ ਬਾਬਾ ਨਿਹਾਲ ਸਿੰਘ ਜੀ ਤਥਾ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖਾਂ ਦੇ ਤਪ ਅਸਥਾਨ ਦੇ ਉੱਤੇ ਹਾਜ਼ਰੀਆਂ ਭਰਨ ਦਾ ਸੁਭਾਗ ਮਿਲ ਰਿਹਾ ਹੈ। ਸਤਿਗੁਰੂ ਜੀ ਨੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਜੀ ਦੇ ਅਸਥਾਨਾਂ ਉੱਤੇ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸਮੂਹ ਸੰਗਤਾਂ ਨੇ ਰੱਬੀ ਬਾਣੀ ਦੇ ਮਨੋਹਰ ਕੀਰਤਨ, ਰਹਿਰਾਸ ਸਾਹਿਬ ਦੇ ਪਾਠ ਸਰਵਣ ਕੀਤੇ ਉਪਰੰਤ ਸਤਿਗੁਰਾਂ ਦੇ ਅਸਥਾਨ ਦੇ ਉੱਤੇ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰਾਂ ਦੇ ਜੀਵਨ ਇਤਿਹਾਸ ਦੇ ਪ੍ਰਸੰਗਾਂ ਨੂੰ ਸਰਵਣ ਕਰਨ ਦੇ ਲਈ ਹਾਜ਼ਰੀਆਂ ਆਪਾਂ ਰਲ ਮਿਲ ਕੇ ਭਰ ਰਹੇ ਹਾਂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੀਲੇ ਦੇ ਸ਼ਾਹ ਅਸਵਾਰ, ਬਾਜਾਂ ਵਾਲੇ ਤਾਜਾਂ ਵਾਲੇ, ਅੰਮ੍ਰਿਤ ਕੇ ਦਾਤੇ, ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਸਰਬੰਸਦਾਨੀ ਸਾਹਿਬੇ ਕਮਾਲ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜਦੇ ਹਨ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਹੋਰ ਬੇਅੰਤ ਸੰਗਤਾਂ ਗੁਰੂ ਕੇ ਦਰਸ਼ਨ ਦੀਦਾਰੇ ਸ਼ਰਧਾ ਭਾਵਨਾ ਦੇ ਨਾਲ ਕਰਨ ਦੇ ਲਈ ਪਹੁੰਚੀਆਂ, ਜਿਵੇਂ ਆਪ ਜੀ ਇੱਥੇ ਸਤਿਗੁਰਾਂ ਦੇ ਅਸਥਾਨ 'ਤੇ ਆਏ ਹੋ, ਇਸੇ ਪ੍ਰਕਾਰ ਨਿੱਤਾ ਪ੍ਰਤੀ ਗੁਰੂ ਕੀਆਂ ਸੰਗਤਾਂ ਦੂਰ ਦੁਰਾਡਿਆਂ ਤੋਂ ਚੱਲ ਕੇ, ਕੋਈ ਕਾਬਲ ਤੋਂ, ਕੰਧਾਰ ਤੋਂ, ਪੇਸ਼ਾਵਰ ਤੋਂ, ਪੋਠੋਹਾਰ ਤੋਂ, ਮਾਝੇ ਤੋਂ, ਮਾਲਵੇ ਤੋਂ, ਦੁਆਬੇ ਤੋਂ ਸਤਿਗੁਰੂ ਜੀ ਦੇ ਆ ਕੇ ਚਰਨ ਪਰਸਦੀਆਂ ਹਨ। ਸਤਿਗੁਰੂ ਜੀ ਕੇ ਅੰਮ੍ਰਿਤ ਬਚਨ ਸਰਵਣ ਕਰਕੇ, ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਅੰਮ੍ਰਿਤ ਬਾਣੀ ਸਰਵਣ ਕਰਕੇ ਆਨੰਦ ਮਾਣਦੀਆਂ ਹਨ। ਸੁਣ ਵਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਵੱਡਿਆਂ ਭਾਗਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਕੇ ਬਚਨ ਸਰਵਣ ਕਰਦੀਆਂ ਹਨ। ਉੱਥੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਪੱਕੇ ਤੌਰ ਦੇ ਉੱਤੇ ਆਪ ਜੀ ਨੂੰ ਪਤਾ ਹੈ ਕਿ 52 ਕਵੀ, ਬੜੇ ਤਕੜੇ ਸਾਹਿਤਕਾਰ, ਬਹੁਤ ਉੱਚ ਕੋਟੀ ਦੇ ਵਿਦਵਾਨ ਸਤਿਗੁਰੂ ਜੀ ਦੇ ਦਰਬਾਰ ਵਿੱਚ ਰਹਿੰਦੇ ਸਨ, ਜਿਹੜੇ ਵੱਖ-ਵੱਖ ਧਰਮ ਗ੍ਰੰਥਾਂ, ਵੱਖ-ਵੱਖ ਰਚਨਾਵਾਂ ਦਾ ਉਲੱਥਾ ਸਰਲ ਭਾਸ਼ਾ ਵਿੱਚ ਕਰਦੇ, ਆਪੋ ਆਪਣੀਆਂ ਕਵਿਤਾਵਾਂ ਵਿੱਚ ਕਰਦੇ। ਔਰ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ, ਸਤਿਗੁਰੂ ਜੀ ਦੇ ਦਰਬਾਰ ਦੀ ਮਹਿਮਾ, ਸਤਿਗੁਰੂ ਜੀ ਦੀਆਂ ਬਾਂਕੀਆਂ ਫੌਜਾਂ ਦੀ ਮਹਿਮਾ, ਸਤਿਗੁਰੂ ਜੀ ਦੇ ਨੀਲੇ ਘੋੜੇ ਦੀ ਮਹਿਮਾ, ਸਤਿਗੁਰਾਂ ਦੇ ਚਿੱਟੇ ਬਾਜ ਦੀ, ਬੇਸਰੇ ਦੀ ਮਹਿਮਾ ਇਹ ਕਵੀ ਕਰਦੇ, ਕਵਿਤਾਵਾਂ ਬਣਾਉਂਦੇ। ਕਵਿਤਾਵਾਂ ਬਣਾ ਕਰਕੇ ਦੀਵਾਨ ਦੇ ਵਿੱਚ ਸਟੇਜ ਦੇ ਉੱਤੇ ਖੜ੍ਹ ਕੇ ਗੱਜ ਵੱਜ ਕੇ ਸੁਣਾਉਂਦੇ, ਗੁਰੂ ਕੀਆਂ ਸੰਗਤਾਂ ਔਰ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਅਤੀ ਪ੍ਰਸੰਨ ਹੋ ਕੇ ਮੌਜ ਵਿੱਚ ਆ ਕੇ, ਬਖਸ਼ਿਸ਼ਾਂ ਦੇ ਘਰ ਵਿੱਚ ਆ ਕੇ ਬਹੁਤ ਸਾਰਾ ਧਨ ਪਦਾਰਥ, ਬਹੁਤ ਸਾਰਾ ਸੋਨਾ ਚਾਂਦੀ, ਹੀਰੇ ਜਵਾਹਰਾਤ ਇਤਿਆਦਿਕ ਬਖਸ਼ਿਸ਼ ਕਰਨ ਦੇ ਨਾਲ ਨਾਲ ਸਤਿਗੁਰੂ ਜੀ ਜੀਵਨ ਮੁਕਤੀ ਬਖਸ਼ਿਸ਼ ਕਰਦੇ। ਸੋ ਇਸ ਪ੍ਰਕਾਰ ਕਵੀ ਹੰਸ ਰਾਮ ਜੀ ਅਤੇ ਹੋਰ ਬਹੁਤ ਸਾਰੇ ਕਵੀ ਸਤਿਗੁਰੂ ਜੀ ਦਾ ਜਸ ਕਰ ਰਹੇ ਆ। ਆਪਾਂ ਪਿਛਲੇ 2-3 ਦਿਨਾਂ ਤੋਂ ਇਹ ਪ੍ਰਸੰਗ ਆਰੰਭ ਕੀਤਾ ਹੋਇਆ ਹੈ। ਅੱਗੇ ਜਿਵੇਂ ਕਵੀ ਜਨ ਕਵਿਤ ਬਣਾ ਕੇ, ਸਵਈਏ ਰਚ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਸਤਿਗੁਰੂ ਸਾਹਿਬ ਜੀ ਦੀ ਸ਼ੋਭਾ ਕਰ ਰਹੇ ਹਨ, ਹਜ਼ੂਰ ਦੀ। ਔਰ ਸਤਿਗੁਰੂ ਜੀ ਜਿਵੇਂ ਉਹਨਾਂ ਦੇ ਉੱਤੇ ਪ੍ਰਸੰਨ ਹੁੰਦੇ ਹਨ, ਇਸ ਇਤਿਹਾਸ ਨੂੰ
ਜਿਵੇਂ ਚੂੜਾਮਣੀ ਕਵੀ ਪਿਆਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮਹਾਂਪੁਰਖਾਂ ਨੇ ਲਿਖਿਆ ਹੈ, ਸੁੰਦਰ ਛੰਦਾਬੰਦੀ ਵਿੱਚ ਗੁੰਥਨ ਕੀਤਾ ਹੈ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਬਾਜਤ ਨਿਸ਼ਾਨ ਕੇ ਦਿਸ਼ਾਨ ਰੂਪ ਭੈਰਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਤਿਆਰ ਹੋ ਕੇ ਸ਼ਸਤਰਧਾਰੀ ਸੂਰਮਿਆਂ ਯੋਧਿਆਂ ਦੇ ਨਾਲ ਚੜ੍ਹਦੇ ਹਨ, ਕਿਸੇ ਪਾਸੇ ਵੱਲ ਨੂੰ ਜਾਂਦੇ ਹਨ, ਚਾਲਾਂ ਮਾਰਦੇ ਹਨ, ਅਨੰਦਪੁਰ ਸਾਹਿਬ ਤੋਂ ਬਾਹਰ ਨੂੰ ਵਿਚਰਦੇ ਹਨ, ਤੇ ਉਸ ਵੇਲੇ ਦੀ ਸ਼ੋਭਾ ਨੂੰ ਕਵੀ ਨੇ ਕਵਿਤ ਦੇ ਵਿੱਚ ਬਿਆਨ ਕੀਤਾ ਹੈ। ਕਵੀ ਜੀ ਲਿਖ ਰਹੇ ਆ, ਬਾਜਤ ਨਿਸ਼ਾਨ ਕੇ ਦਿਸ਼ਾਨ ਭੂਪ ਪਹਿਰਤ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਗਾਰੇ, ਰਣਜੀਤ ਨਗਾਰੇ ਦੇ ਉੱਤੇ ਚੋਟਾਂ ਲੱਗਦੀਆਂ, ਧੌਂਸਾ ਖੜਕਦਾ ਹੈ, ਔਰ ਇਸੇ ਪ੍ਰਕਾਰ ਕੇਸਰੀ ਨਿਸ਼ਾਨ ਸਾਹਿਬ, ਨੀਲੇ ਨਿਸ਼ਾਨ ਸਾਹਿਬ ਝੂਲਦੇ ਜਾਂਦੇ ਹਨ ਫੌਜਾਂ ਦੇ ਵਿੱਚੋਂ, ਤੇ ਸਤਿਗੁਰੂ ਜੀ ਦੇ ਵੱਜਦੇ ਹੋਏ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਜਿਹੜੇ 8 ਹੀ ਦਿਸ਼ਾਵਾਂ ਦੇ ਰਾਜੇ ਜਾਂ 8 ਹੀ ਦਿਸ਼ਾਵਾਂ ਦੇ ਹਾਥੀ, ਦਿਗਪਾਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਕੱਲ੍ਹ ਵੀ ਦੱਸਿਆ ਸੀ 4 ਦਿਸ਼ਾਵਾਂ ਹਨ, ਉੱਤਰ, ਦੱਖਣ, ਪੂਰਬ ਅਤੇ ਪੱਛਮ, ਔਰ 4 ਹੀ ਇਹਨਾਂ ਦੇ ਵਿੱਚ ਕੋਣ ਹਨ। ਚਾਰੇ ਦਿਸ਼ਾਵਾਂ ਦੇ ਵਿਚਕਾਰਲੇ ਜਿਹੜੇ ਕੋਣ ਬਣਦੇ ਆ ਜਿਹੜੇ, ਉਹਨਾਂ ਨੂੰ ਉਪ ਦਿਸ਼ਾਵਾਂ ਕਿਹਾ ਜਾਂਦਾ ਹੈ। ਜਿਵੇਂ ਅਗਨੀ ਕੋਣ ਹੈ, ਨੈਰਤ ਕੋਣ ਹੈ, ਵਾਇਵੀ ਕੋਣ ਹੈ, ਈਸ਼ਾਨ ਕੋਣ ਹੈ। ਸੋ ਇਹ 8 ਦਿਸ਼ਾਵਾਂ ਬਣ ਗਈਆਂ। 8 ਦਿਸ਼ਾਵਾਂ ਵਿੱਚ ਮੰਨਿਆ ਜਾਂਦਾ ਹੈ ਕਿ ਇੱਕ ਹਾਥੀ ਨੇ, ਇੱਕ ਦਿਗਪਾਲ ਨੇ ਇਹ ਧਰਤੀ ਨੂੰ ਠਹਿਰਾਇਆ ਹੋਇਆ ਹੈ। ਸਨਾਤਨ ਮਤ ਮੰਨਦਾ ਹੈ ਵੀ ਜੇ ਉਹ ਹਾਥੀ ਨਾ ਹੋਣ ਪੁਰਾਣਿਕ ਕਥਾਵਾਂ ਦੇ ਮੁਤਾਬਕ, ਤੇ ਕਹਿੰਦੇ ਇਹ ਧਰਤੀ ਜਿਹੜੀ ਸਮੁੰਦਰ ਦੇ ਵਿੱਚ ਡੁੱਬ ਜਾਵੇ, ਜਲ ਦੇ ਵਿੱਚ ਡੁੱਬ ਜਾਵੇ। 8 ਹੀ ਦਿਸ਼ਾਵਾਂ ਵਿੱਚ ਉਹਨਾਂ ਜਿਨ੍ਹਾਂ ਦਿਗਪਾਲਾਂ ਨੇ, 8 ਦਿਸ਼ਾਵਾਂ ਦੇ ਰਾਜਿਆਂ ਨੇ ਧਰਤੀ ਨੂੰ ਠਹਿਰਾਇਆ ਹੋਇਆ ਹੈ। ਜਦੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਣਜੀਤ ਨਗਾਰੇ ਉੱਤੇ ਚੋਟਾਂ ਲੱਗਦੀਆਂ ਹਨ, ਨਿਸ਼ਾਨ ਸਾਹਿਬ ਝੂਲਦੇ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਗਾਰੇ ਦੀਆਂ ਆਵਾਜ਼ਾਂ ਸੁਣ ਕੇ 8 ਹੀ ਦਿਸ਼ਾਵਾਂ ਦੇ ਜਿਹੜੇ ਦਿਗਪਾਲ ਹਨ ਇਹ ਪਹਿਰਤ, ਭੈ ਭੀਤ ਹੁੰਦੇ ਹਨ, ਡਰ ਜਾਂਦੇ ਹਨ। ਤੇ ਜਿਹੜਾ ਕੁਬੇਰ ਦੇਵਤਾ ਧਨ ਦਾ ਦੇਵਤਾ ਮੰਨਿਆ ਗਿਆ ਹੈ, ਕਹਿੰਦੇ ਉਹਦੇ ਘਰ ਦੇ ਵਿੱਚ ਵੀ ਹਾਲਾ ਡੋਲ ਮੱਚ ਜਾਂਦਾ, ਹਲਚਲ ਮੱਚ ਜਾਂਦੀ ਹੈ। ਤੇ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇਹ ਚੜ੍ਹਾਈ ਨੂੰ, ਇਹ ਮਹਿਮਾ ਨੂੰ ਦੇਖ ਕੇ ਲੰਕਾ ਦੇ ਵਿੱਚ ਕਹਿੰਦੇ ਜਿਹੜਾ ਭੀਖਣ ਰਾਜਾ ਹੈ ਉਹਦੇ ਘਰ ਦੇ ਵਿੱਚ ਹੋਤ ਹੈ ਆਤੰਕ ਸ਼ੰਕ ਲੰਕ ਹੂੰ ਮੈਂ ਮਾਨੀਅਤ। ਕਹਿੰਦੇ ਲੰਕਾ ਦੇ ਵਿੱਚ ਜੋ ਰਾਵਣ ਦੀ ਰਾਜਧਾਨੀ ਸੀ, ਬਾਅਦ ਵਿੱਚ ਭੀਖਣ ਨੂੰ ਰਾਜ ਮਿਲਿਆ, ਕਹਿੰਦੇ ਉਸ ਲੰਕਾ ਦੇ ਵਿੱਚ ਵੀ ਆਤੰਕ ਫੈਲ ਜਾਂਦਾ ਹੈ, ਖੌਫ ਫੈਲ ਜਾਂਦਾ ਹੈ, ਭੈ ਭੀਤ ਹੋ ਜਾਂਦੇ ਹਨ ਲੰਕਾ ਵਾਸੀ। ਸਮੁੱਚੀ ਲੰਕਾ ਦੇ ਵਿੱਚ ਕਹਿੰਦੇ ਬਹੁਤ ਸਾਰਾ ਇਹ ਭੈ ਇੰਨਾ ਹੋ ਜਾਂਦਾ ਵੀ ਉਹ ਸ਼ੰਕਮਾਨ ਹੋ ਜਾਂਦੀ ਹੈ, ਡੋਲਣ ਲੱਗ ਪੈਂਦੀ ਹੈ ਸਾਰੀ ਲੰਕਾ। ਤੇ ਜਿਹੜਾ ਲੰਕਾ ਦਾ ਪਤੀ, ਲੰਕਾ ਦਾ ਰਾਜਾ ਭੀਖਣ ਹੈ, ਉਹ ਵੀ ਕਹਿੰਦੇ ਰੰਕ ਜਿਹਾ ਹੋ ਜਾਂਦਾ, ਕਾਇਰ ਜਿਹਾ ਹੋ ਜਾਂਦਾ, ਡਰ ਜਾਂਦਾ ਹੈ, ਇੰਨਾ ਡਰਪੋਕ ਹੋ ਜਾਂਦਾ ਹੈ ਕਿ ਡੋਲਤ ਡਹਿਰ ਮੈਂ, ਜੰਗਲਾਂ ਦੇ ਵਿੱਚ ਡਾਵਾਂਡੋਲ ਹੋ ਕੇ ਭਟਕਦਾ ਫਿਰਦਾ, ਲੁਕਦਾ ਛਿਪਦਾ ਫਿਰਦਾ ਹੈ। ਸੋ ਜਿਹੜੇ ਭੂਮੀ ਦੇ ਰਾਜੇ ਹਨ, ਵੱਖ-ਵੱਖ ਇਲਾਕਿਆਂ ਦੇ ਜਿਹੜੇ ਰਾਜੇ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਠਾਢੇ ਨਾਮ ਹੈ ਖੜ੍ਹੇ ਹੋਣ ਦਾ। ਜਿਵੇਂ ਆਪਾਂ ਰਹਿਰਾਸ ਸਾਹਿਬ ਪੜ੍ਹਦੇ ਹਾਂ, ਦੋਹਰਿਆਂ ਦੇ ਸਮੇਤ ਜੋ ਪੁਰਾਤਨ ਮਰਿਆਦਾ ਹੈ, ਪੂਰੀ ਰਹਿਰਾਸ ਸਾਹਿਬ ਜਿਹੜੇ ਸਿੰਘ ਮਰਿਆਦਾ ਦੇ ਮੁਤਾਬਕ ਪੜ੍ਹਦੇ ਆ, ਸੰਪਰਦਾਵਾਂ ਦੇ ਮੁਤਾਬਕ, ਤੇ ਉੱਥੇ 10ਵੇਂ ਗ੍ਰੰਥ ਸਾਹਿਬ ਦੇ ਵਿੱਚੋਂ ਬਚਨ ਆਉਂਦੇ ਆ, ਠਾਢ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ। ਠਾਢ ਨਾਮ ਹੈ ਖੜ੍ਹੇ ਹੋਣ ਦਾ। ਤੇ ਇੱਥੇ ਭਾਈ ਧਿਆਨ ਰੱਖਿਓ, ਠਾਢ ਪਾਠ ਕਰਨਾ ਹੈ, ਬਿੰਦੀ ਸਹਿਤ ਠਾਂਡ ਨਹੀਂ ਕਰਨਾ। ਠਾਂਡ ਨਾਮ ਹੈ ਠੰਡੇ ਦਾ, ਕੋਲਡ ਦਾ, ਤੇ ਠਾਢ ਨਾਮ ਹੈ ਖੜ੍ਹੇ ਹੋਣ ਦਾ।
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਹੇਮਕੁੰਟ ਦੇ ਉੱਤੇ ਤਪੱਸਿਆ ਕਰਦੇ ਨੂੰ ਮੈਨੂੰ ਆਪਣੇ ਕੋਲ ਬੁਲਾਇਆ ਤੇ ਮੈਂ ਹੱਥ ਜੋੜ ਕੇ ਅਕਾਲ ਪੁਰਖ ਦੇ ਸਨਮੁਖ ਖੜਾ ਹੋ ਗਿਆ। ਠਾੜ ਭਇਓ ਮੈਂ ਜੋਰ ਕਰ, ਜੋਰ ਨਾਮ ਜੋੜ ਕੇ ਤੇ ਕਰ ਨਾਮ ਹੈ ਹੱਥਾਂ ਦਾ, ਮੈਂ ਹੱਥ ਜੋੜ ਕੇ ਖੜਾ ਹੋ ਗਿਆ। ਸੋ ਠਾੜ ਨਾਮ ਖੜੇ ਹੋਣ ਦਾ। ਇੱਥੇ ਵੀ ਠਾਡੇ ਜਿਹੜੇ ਭੂਮੀ ਦੇ ਰਾਜੇ ਆ, ਭੂਮੀਪਤੀ ਹੈ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜੇ ਹੋ ਕੇ ਮੇਰਾ ਕਰੋ ਤੁਹਾਰੇ ਆਵੇ ਧਰਮ ਮੈਂ ਧਰਮੈ, ਤੇ ਉਹ ਬੇਨਤੀਆਂ ਕਰਦੇ ਆ ਸੱਚੇ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਨੂੰ ਰੱਖ ਲਓ, ਅਸੀਂ ਤੁਹਾਡੇ ਰੱਖਣ ਦੇ ਆ, ਅਸੀਂ ਤੁਹਾਡੀ ਧਰਮ ਹੈ, ਧਰਮ ਨਾਮ ਹੈ ਸ਼ਰਨ ਦਾ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਅਰਨ ਕੀ ਰਾਣੀ ਬਿਰਲਨੀ ਟਹਿ ਪਾਣੀ ਤੇਰੇ, ਤੇ ਅਰਨ ਅਰੀ ਨਾਮ ਹੈ ਵੈਰੀ ਦਾ, ਅਰਨ ਨਾਮ ਹੈ ਵੈਰੀ ਦਾ ਬਹੁ ਵਚਨ ਵੈਰੀਆਂ। ਵੈਰੀ ਜਿਹੜੇ ਦੁਸ਼ਮਣ ਹੈ ਉਹਨਾਂ ਦੀਆਂ ਜਿਹੜੀਆਂ ਰਾਣੀਆਂ ਹੈ ਬਿਲਲਾਨੀ ਬਿਰਲਾਪ ਕਰਦੀਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਉਹ ਵੀ ਬਿਰਲਾਪ ਕਰਦੀਆਂ, ਚਾਹੇ ਪਾਣੀ ਤੇ ਵਹਿ, ਤੇ ਚਾਹੁੰਦੀਆਂ ਹਨ ਕਿ ਅਸੀਂ ਪਾਣੀ ਪੀ ਲਈਏ। ਉਹਨਾਂ ਦੇ ਬੁੱਲ ਸੁੱਕ ਜਾਂਦੇ ਹਨ, ਤਿਰਹਾਈਆਂ ਹੋ ਜਾਂਦੀਆਂ ਹਨ, ਬੁੱਲ ਖੁਸ਼ਕ ਹੋ ਜਾਂਦੇ ਹਨ। ਮੋਤਨ ਕੀ ਮਾਲ ਲੈ ਵਿਚੋਬਤੀ ਅਧਰਮੈ, ਫਿਰ ਜਿਹੜੇ ਉਹਨਾਂ ਦੇ ਗਲਾਂ ਦੇ ਵਿੱਚ ਮੋਤੀਆਂ ਦੇ ਹਾਰ ਪਾਏ ਹੁੰਦੇ ਆ ਨਾ, ਇਉਂ ਇੰਨਾ ਡਰ ਦੇ ਨਾਲ ਉਹ ਭੈ ਭੀਤ ਹੋ ਜਾਂਦੀਆਂ ਵੀ ਮੋਤੀਆਂ ਦੀ ਮਾਲਾ ਨੂੰ ਫੜ ਕੇ ਨਾ ਆਪਣੇ ਆਧਰ ਨਾਮ ਹੈ ਹੋਠਾਂ ਦਾ, ਆਪਣੇ ਬੁੱਲ੍ਹਾਂ ਦੇ ਉੱਤੇ ਨਿਚੋੜਦੀਆਂ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਪਾਣੀ ਵਾਲੀ ਚੀਜ਼ ਆ ਕੋਈ ਜਾਂ ਮੋਤੀ ਹੈ। ਸੋ ਜਿਹੜੇ ਮੋਤੀ ਆ ਨਾ, ਮੋਤੀਆਂ ਨੂੰ ਫੜ ਕੇ ਆਪਣੇ ਬੁੱਲ੍ਹਾਂ 'ਤੇ ਨਿਚੋੜਦੇ ਆ, ਕਿਉਂਕਿ ਡਰ ਦੇ ਨਾਲ ਭੈ ਭੀਤ ਹੋਈਆਂ ਦੇ ਉਹਨਾਂ ਦੇ ਬੁੱਲ ਖੁਸ਼ਕ ਹੋ ਜਾਂਦੇ ਹਨ। ਸਾਗਰ ਨਵਲ ਨੇ ਨਾਗਰ ਹੈ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਸ਼ੋਭਾ ਦੇ ਸਾਗਰ ਹੋ, ਆਪ ਜੀ ਕ੍ਰਾਂਤੀ ਦੇ ਸੁੰਦਰਤਾ ਦੇ ਸਮੁੰਦਰ ਹੋ, ਔਰ ਨਵਲ ਨੇਹ ਨਾਗਰ ਹੈ, ਆਪਣੇ ਭਗਤਾਂ ਨੂੰ ਪ੍ਰੇਮ ਕਰਨ ਵਾਲੇ ਸ਼ੈਲ ਸ਼ਬੀਲੇ ਜਵਾਨ ਹੋ, ਨਵਤਲ ਨਿਤ ਨਵੇਂ ਜਵਾਨ ਹੋ। ਔਰ ਇਸੇ ਪ੍ਰਕਾਰ ਨਿਤ ਨਵਾਂ ਹੀ ਭਗਤਾਂ ਦੇ ਨਾਲ ਪ੍ਰੇਮ, ਆਪਣੇ ਗੁਰਸਿੱਖਾਂ ਦੇ ਨਾਲ ਪ੍ਰੇਮ ਕਰਨ ਵਾਲੇ ਹੋ। ਬਲ ਭੀਮ ਸਮ ਸ਼ੀਰ ਕਹਾਂ ਲੋ ਬਿਨਾਈ, ਮਹਾਰਾਜ ਸੱਚੇ ਪਾਤਸ਼ਾਹ ਜੇਕਰ ਆਪ ਜੀ ਦੇ ਬਲ ਦੀ, ਸ਼ਕਤੀ ਦੀ, ਜ਼ੋਰ ਦੀ ਗੱਲ ਕਰੀਏ ਤੇ ਬਲ ਭੀਮ ਸਮ, ਤੁਹਾਡਾ ਜ਼ੋਰ ਆ ਨਾ ਜਿਹੜਾ, ਜਿਵੇਂ ਭੀਮ ਬੜਾ ਮਹਾਬਲੀ ਹੋਇਆ ਤੇ ਉਹਨੇ ਮੈਦਾਨੇ ਜੰਗ ਦੇ ਵਿੱਚ ਜਦੋਂ ਮਹਾਭਾਰਤ ਦਾ ਜੰਗ ਹੁੰਦਾ ਸੀ ਤੇ ਦੁਸ਼ਮਣਾਂ ਨੂੰ ਫੜ ਕੇ ਐ ਭਗਾ ਕੇ ਮਾਰਦਾ ਸੀ, ਵੱਡੇ ਵੱਡੇ ਦਰਖਤਾਂ ਨੂੰ ਪੁੱਟ ਕੇ ਉਹਨਾਂ ਦੇ ਉੱਤੇ ਸੁੱਟ ਦਿੰਦਾ ਸੀ, ਐਡਾ ਬਲਸ਼ਾਲੀ ਸੀ ਭੀਮ। ਔਰ ਜਦੋਂ ਇਹਨੇ ਦੁਸ਼ਮਣਾਂ ਨੂੰ, ਵੈਰੀਆਂ ਨੂੰ ਮਾਰਿਆ ਤੇ ਉਸ ਵੇਲੇ ਇਹਨੇ ਗਦਾ ਦੇ ਨਾਲ ਹੀ ਲੱਤਾਂ ਭੰਨ ਦਿੱਤੀਆਂ ਸਨ। ਸੋ ਗਦਾਧਾਰੀ ਜਿਹੜਾ ਭੀਮ ਹੈ ਉਹ ਬਹੁਤ ਬਲੀ ਮੰਨਿਆ ਹੋਇਆ ਹੈ। ਸੋ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਬਲ ਦੇ ਵਿੱਚ ਭੀਮ ਸੈਨ ਦੇ ਸਮ ਕਹੀਏ ਬਰਾਬਰ ਹੋ। ਸੀਲ ਕਹਾਂ ਲੋ ਗਨਾਈਏ, ਤੇ ਮਹਾਰਾਜ ਤੁਹਾਡਾ ਸੁਭਾਅ ਕਿੰਨਾ ਸੀਲ ਹੈ, ਤੁਹਾਡਾ ਸੁਭਾਅ ਕਿੰਨਾ ਨਰਮ ਹੈ, ਇਹਦੀ ਗਿਣਤੀ ਕਿੱਥੋਂ ਤੱਕ ਕਰੀਏ। ਭਾਵ ਅਸੀਂ ਗਿਣਤੀ ਮਿਣਤੀ ਨਹੀਂ ਕਰ ਸਕਦੇ, ਤੁਹਾਡਾ ਸੁਭਾਅ ਕਿੰਨਾ ਨਰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਉਂ ਲੱਗਦਾ ਹੈ ਵੀ ਆਪ ਜੀ ਭੂਮੀ ਦੇ ਵਿਭੂਖਣ ਹੋ, ਭੂਮੀ ਦੇ ਗਹਿਣੇ ਹੋ, ਭੂਮੀ ਦੇ ਸ਼ਿੰਗਾਰ ਹੋ। ਇਹ ਧਰਤੀ ਤੁਹਾਡੇ ਕਰਕੇ ਹੀ ਸ਼ੋਭਨੀਕ ਹੋ ਰਹੀ ਹੈ। ਤੁਸੀਂ ਇਸ ਭੂਮੀ ਦੇ, ਇਸ ਧਰਤੀ ਦੇ ਵਿਭੂਖਣ ਗਹਿਣੇ ਹੋ, ਸ਼ਿੰਗਾਰ ਹੋ, ਜੋ ਦੁੱਖਨ ਕੇ ਦੁੱਖਨ। ਤੇ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਦੁੱਖਣ ਦੁੱਖ ਹੈ ਨਾ, ਉਹਨਾਂ ਨੂੰ ਦੁੱਖਣ ਕਰਨ ਵਾਲੇ, ਨਾਸ਼ ਕਰਨ ਵਾਲੇ ਹੋ। ਜਾਂ ਦੁੱਖਣ ਕੇ ਦੁੱਖਣ, ਦੁੱਖੀਆਂ ਦੇ ਜਿਹੜੇ ਦੁੱਖ ਹੈ ਉਹਨਾਂ ਨੂੰ ਵੀ, ਜਾਂ ਦੁੱਖਣ ਕੇ ਦੁੱਖਣ, ਜਿਹੜੇ ਦੁੱਖ ਦੇਣ ਵਾਲੇ ਦੁਖੀ ਹੈ, ਵੈਰੀ ਹਨ, ਉਹਨਾਂ ਨੂੰ ਨਾਸ਼ ਕਰਨ ਵਾਲੇ ਹੋ। ਇਸ ਪ੍ਰਕਾਰ ਸਮੂਹ ਸੁਖ ਹੋ ਕੇ ਆਪ ਜੀ ਸਾਰੇ ਸੁੱਖਾਂ ਦੇ ਦਾਤੇ ਹੋ। ਸਾਰੇ ਸੁੱਖ ਆਪ ਜੀ ਦੀ ਚਰਨ ਸ਼ਰਨ ਵਿੱਚੋਂ ਹੀ ਮਿਲਦੇ ਹਨ। ਆਪ ਜੀ ਸੁੱਖਾਂ ਦੇ ਸਮੂਹ ਹੋ। ਮੁਖ ਦੇਖੇ ਤੇ ਅਗਾਈਏ, ਜਦੋਂ ਆਪ ਜੀ ਦਾ ਮੁਖ ਦੇਖਦੇ ਹਾਂ, ਆਪ ਜੀ ਦੇ ਦਰਸ਼ਨ ਕਰਦੇ ਹਾਂ
ਤੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਅਘਾ ਜਾਂਦੇ ਹਾਂ, ਰੱਜ ਜਾਂਦੇ ਹਾਂ, ਸਾਡੇ ਮਨ ਨੂੰ ਤ੍ਰਿਪਤੀ ਆ ਜਾਂਦੀ ਹੈ। ਹਿੰਮਤ ਨਿਦਾਨ ਆਨ ਦਾਨ ਕੋ ਬਖਾਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹਿੰਮਤ ਦੇ ਨਿਧਾਨ ਹੋ। ਨਿਧਾਨ ਨਾਮ ਹੈ ਖਜ਼ਾਨੇ ਦਾ, ਭਾਵ ਬਹੁਤ ਜ਼ਿਆਦਾ ਹਿੰਮਤੀ ਹੋ, ਹਿੰਮਤ ਦੇ ਖਜ਼ਾਨੇ ਹੋ। ਆਨ ਦਾਨ ਕੋ ਬਖਾਨੇ, ਤੇ ਆਨ ਨਾਮ ਹੈ ਹੋਰ ਦਾ। ਹੋਰ ਮਹਾਰਾਜ ਸੱਚੇ ਪਾਤਸ਼ਾਹ ਦਾਨ ਜਿਹੜਾ ਆਪ ਜੀ ਕਰਦੇ ਹੋ, ਕੋ ਬਖਾਨੇ ਕੌਣ ਕਹੇਗਾ, ਕਹਿੰਦੇ ਉਹਦੀ ਮਹਿਮਾ। ਆਪ ਜੀ ਕਿੰਨੇ ਵੱਡੇ ਦਾਨੀ ਹੋ, ਇਹ ਕਹਿ ਕੇ ਨਹੀਂ ਦੱਸਿਆ ਜਾ ਸਕਦਾ। ਜਾਨੇ ਆਲਮ ਤਮਾਮ ਜਾਮ ਅਠ ਗੁਣ ਗਾਈਏ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਆਲਮ ਕਵੀ ਜੀ ਕਹਿੰਦੇ ਆ। ਇੱਥੇ ਆਲਮ ਤੋਂ ਭਾਵ ਆਲਮ ਕਵੀ ਦਾ ਵੀ ਨਾਮ ਹੈ, ਤੇ ਆਲਮ ਤੋਂ ਭਾਵ ਜਹਾਨ ਜਗਤ ਵੀ ਲਿਆ ਜਾਵੇਗਾ ਅਰਥ ਕਰਨ ਵੇਲੇ। ਆਲਮ ਕਵੀ ਜੀ ਕਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਹੀ ਆਲਮ ਜਾਣਦਾ, ਤਮਾਮ ਸਾਰਾ ਆਲਮ ਜਹਾਨ, ਸਾਰਾ ਜਗਤ ਜਾਣਦਾ, ਸਾਰਾ ਜਹਾਨ ਜਾਣਦਾ, ਜਾਮ ਆਠੋਂ ਗੁਣ ਗਾਈਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅੱਠੇ ਪਹਿਰ ਆਪ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਹਾਂ ਅਸੀਂ। ਪ੍ਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਪ੍ਰਬਲ ਬਹੁਤੇ ਬਲ ਵਾਲੇ ਹੋ, ਬੜੇ ਬਲਸ਼ਾਲੀ ਹੋ ਤੇ ਬੜੇ ਤੇਜ ਪ੍ਰਤਾਪ ਵਾਲੇ ਸੱਚੇ ਪਾਤਸ਼ਾਹ ਹੋ, ਧੰਨ ਗੁਰੂ ਗੋਬਿੰਦ ਸਿੰਘ ਜੀ। ਭੋਜ ਕੀ ਸੀ ਮੌਜ ਤੇਰੇ ਰੋਜ਼ ਰੋਜ਼ ਪਾਈਏ। ਕਹਿੰਦੇ ਭੋਜ ਰਾਜਾ ਭੋਜ ਸੀ ਨਾ, ਕੀ ਸੀ ਮੌਜ, ਕਹਿੰਦੇ ਉਹਦੀ ਮੌਜ ਕਿਹੜੀ ਸੀ, ਉਹਦੀਆਂ ਬਖਸ਼ਿਸ਼ਾਂ ਤਾਂ ਕੀ ਸੀ ਤੁਹਾਡੇ ਸਾਹਮਣੇ। ਉਹ ਤਾਂ ਕਦੇ ਕਦੇ ਕਿਰਪਾ ਦੇ ਘਰ ਵਿੱਚ ਆ ਕੇ ਪਰਜਾ ਨੂੰ ਬਖਸ਼ਿਸ਼ਾਂ ਕਰਦਾ ਸੀ। ਰਾਜਾ ਭੋਜ ਬੜਾ ਦਾਨੀ ਮੰਨਿਆ ਗਿਆ, ਜਿਵੇਂ ਕੱਲ੍ਹ ਰਾਜਾ ਕਰਨ ਸੁਣਿਆ ਸੀ ਆਪਾਂ। ਰਾਜਾ ਭੋਜ ਵੀ ਬੜਾ ਸਿਆਣਾ ਔਰ ਦਾਨੀ ਰਾਜਾ ਮੰਨਿਆ ਗਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਭੋਜ ਦਾ ਜਿਹੜਾ ਦਾਨ ਕਰਨਾ, ਰਾਜੇ ਭੋਜ ਦੀਆਂ ਜਿਹੜੀਆਂ ਬਖਸ਼ਿਸ਼ਾਂ, ਉਹ ਤੁਹਾਡੀਆਂ ਬਖਸ਼ਿਸ਼ਾਂ ਦੇ ਸਾਹਮਣੇ ਕੀ ਹਨ। ਤੁਹਾਡੀਆਂ ਬਖਸ਼ਿਸ਼ਾਂ ਦੇ ਸਾਹਮਣੇ ਕੁਝ ਵੀ ਨਹੀਂ। ਉਹਦੀ ਮੌਜ ਤਾਂ, ਉਹਦੀ ਬਖਸ਼ਿਸ਼ ਤਾਂ ਤੇਰੇ ਰੋਜ਼ ਰੋਜ਼ ਪਾਈਏ। ਤੇ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਦੁਆਰੇ ਤੋਂ, ਤੇਰੇ ਚਰਨਾਂ ਵਿੱਚੋਂ ਤਾਂ ਅਸੀਂ ਰੋਜ਼ਾਨਾ ਹੀ ਨਿੱਤਾ ਪ੍ਰਤੀ ਹੀ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਦੇ ਹਾਂ। ਸੀਲ ਰਸ ਸਾਹਿਲ ਨੀਲੋ ਰਣ ਰੰਗ ਧੀਰ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸੀਲ ਨਰਮ ਸੁਭਾਅ ਹੈ, ਨਰਮ ਸੁਭਾਅ ਔਰ ਰਸ ਦੇ ਸਾਇਰ ਹੋ। ਆਪ ਜੀ ਦੇ ਸੁੰਦਰ ਬੋਲ ਇੰਨੇ ਨਰਮ ਬੋਲ ਹਨ ਕਿ ਮਾਨੋ ਆਪ ਜੀ ਸੁੰਦਰ ਬੋਲਾਂ ਦਾ ਸਮੁੰਦਰ ਹੋ। ਸਾਇਰ ਨਾਮ ਹੈ ਸਮੁੰਦਰ। ਔਰ ਰਜੀਲੋ, ਆਪ ਜੀ ਜਦੋਂ ਵੀਰ ਰਸ ਵਿੱਚ ਗੁੱਸੇ ਵਿੱਚ ਆਉਂਦੇ ਹੋ, ਰਣ ਰੰਗ ਧੀਰ। ਤੇ ਮਹਾਰਾਜ ਸੱਚੇ ਪਾਤਸ਼ਾਹ ਰਣ ਦੇ ਵਿੱਚ ਆਪ ਜੀ ਰੰਗੇ ਜਾਂਦੇ ਹੋ, ਰੱਤੇ ਰਹਿੰਦੇ ਹੋ। ਮੈਦਾਨੇ ਜੰਗ ਵਿੱਚ ਆਪ ਜੀ ਇੰਨੀ ਸੂਰਮਤਾਈ ਦੇ ਨਾਲ ਔਰ ਧੀਰਜ ਦੇ ਨਾਲ ਲੜਦੇ ਹੋ। ਰਜੀਲੋ, ਆਪ ਜੀ ਬਹੁਤ ਵੀਰ ਰਸ ਵਾਲੇ ਵੀ ਹੋ ਔਰ ਰਣ ਦੇ ਵਿੱਚ ਰੰਗੇ ਹੋਏ ਬੜੇ ਧੀਰਜ ਧਾਰੀ ਵੀ ਹੋ। ਜੰਗ ਜੁਰੇ ਜੈਤਵਾਰ ਕਰਨੀ ਕੁਬੇਰ ਕੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੰਗ ਜੁੜਿਆ ਹੁੰਦਾ ਹੈ, ਜੰਗ ਹੋ ਰਿਹਾ ਹੁੰਦਾ, ਯੁੱਧ ਹੋ ਰਿਹਾ ਹੁੰਦਾ, ਉਸ ਵੇਲੇ ਜੈਤਵਾਰ ਆਪ ਜੀ ਜਿੱਤ ਪ੍ਰਾਪਤ ਕਰਨ ਵਾਲੇ ਹੋ, ਫਤਿਹ ਪ੍ਰਾਪਤ ਕਰਨ ਵਾਲੇ ਹੋ। ਤੇ ਆਪ ਜੀ ਦੀ ਜਿਹੜੀ ਕਰਨੀ ਹੈ ਉਹ ਕੁਬੇਰ ਕੀ। ਜਿਵੇਂ ਕੁਬੇਰ ਦੇਵਤਾ ਧਨ ਦਾ ਦੇਵਤਾ, ਉਹਦੇ ਕੋਲੇ ਜੇ ਜਾਈਏ ਤੇ ਉਹ ਬਹੁਤ ਸਾਰੇ ਧਨ ਪਦਾਰਥ ਬਖਸ਼ ਦਿੰਦਾ। ਤੇ ਮਹਾਰਾਜ ਆਪ ਜੀ ਦੀ ਕਰਨੀ ਵੀ ਕੁਬੇਰ ਵਰਗੀ ਹੈ, ਆਪ ਜੀ ਵੀ ਬਹੁਤ ਬਖਸ਼ਿਸ਼ਾਂ ਕਰਦੇ ਹੋ। ਪਹਿ ਕਬ ਕੌਣ ਤੇਜ ਤਰਨ ਲੋ ਤਪੇ ਤਵੰਗ। ਕਵੀ ਜੀ ਕਹਿੰਦੇ ਐ ਸਤਿਗੁਰੂ ਜੀ ਦੀ ਮਹਿਮਾ ਕਰਦੇ ਹੋਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਮਹਿਮਾ ਨੂੰ ਕਿਹੜਾ ਕਵੀ ਆਖੇ, ਤੇਜ ਤਰਨ ਲਓ ਤਪੇ ਤਵੰਗ। ਆਪ ਜੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਿਹੜਾ ਸੂਰਜ ਹੈ ਨਾ, ਤਰਨ ਨਾਮ ਸੂਰਜ ਦਾ, ਜਿਵੇਂ ਸੂਰਜ ਤਪਦਾ ਹੈ, ਸੂਰਜ ਦਾ ਜਿਹੜਾ ਤੇਜ ਹੈ, ਸੂਰਜ ਦਾ ਜਿਹੜਾ ਤੇਜ ਪ੍ਰਤਾਪ ਹੈ, ਉਵੇਂ ਆਪ ਜੀ ਦੇ ਸਰੀਰ ਦਾ ਤੇਜ ਪ੍ਰਤਾਪ ਹੈ। ਆਪ ਜੀ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਸੂਰਜ ਦੇ ਤੇਜ ਤੋਂ ਵੀ ਜ਼ਿਆਦਾ ਤੇਜ ਹੈ। ਪਾਰਾਵਾਰ ਨਾਮ ਹੈ ਸਮੁੰਦਰ ਦਾ। ਸੋ ਸਮੁੰਦਰਾਂ ਤੱਕ, ਸੱਤੇ ਸਮੁੰਦਰਾਂ ਤੱਕ ਆਪ ਜੀ ਦੀ ਮਹਿਮਾ ਔਰ ਆਪ ਜੀ ਦੀ ਮੈਦਾਨੇ ਜੰਗ ਵਿੱਚ ਜਿੱਤ ਕਰਨ ਵਾਲੀ ਜਿਹੜੀ ਸ਼ਮਸ਼ੀਰ ਹੈ, ਸੋ ਉਹਦੀ ਮਹਿਮਾ ਫੈਲੀ ਹੋਈ ਹੈ। ਆਪ ਜੀ ਰਣ ਦੇ ਵਿੱਚ, ਮੈਦਾਨੇ ਜੰਗ ਵਿੱਚ ਜਦੋਂ ਰੋਸ ਕਰਕੇ ਵੀਰ ਰਸ ਧਾਰਨ ਕਰਕੇ ਆਉਂਦੇ ਹੋ ਨਾ,
ਤੇ ਖਲ ਖੰਡਨ ਕਟਕ ਕੂਟ। ਖਲ ਜਿਹੜੇ ਮੂਰਖ ਹੈ, ਸੋ ਮੂਰਖ ਹਨ, ਜਿਹੜੇ ਵੈਰੀ ਹਨ, ਦੁਸ਼ਟ ਹਨ, ਉਹਨਾਂ ਨੂੰ ਕੱਟਦੇ ਹੋ ਤੇ ਉਹਨਾਂ ਦੇ ਕਟਕ ਜਿਹੜੇ ਹੈ, ਫੌਜਾਂ ਦੇ ਵੱਡੇ ਵੱਡੇ ਦਲ ਹਨ, ਉਹਨਾਂ ਨੂੰ ਵੀ ਨਾਸ਼ ਕਰ ਦਿੰਦੇ ਹੋ। ਇਸ ਪ੍ਰਕਾਰ ਪਹਾੜੀ ਰਾਜੇ ਜਿਹੜੇ ਖਲ ਬੜੇ ਮੂਰਖ ਹੈ, ਉਹਨਾਂ ਦੀਆਂ ਫੌਜਾਂ ਨੂੰ, ਉਹਨਾਂ ਦੇ ਦਲਾਂ ਨੂੰ ਕੱਟ ਦਿੰਦੇ ਹੋ, ਨਾਸ਼ ਕਰ ਦਿੰਦੇ ਹੋ। ਇਸੇ ਤਰ੍ਹਾਂ ਔਰੰਗਜ਼ੇਬ ਵਰਗੇ ਜਿਹੜੇ ਦੁਰਜਨ ਹੈ, ਭੈੜੇ ਮਨੁੱਖ ਹੈ, ਭੈੜੀ ਖੋਟੀ ਮੱਤ ਵਾਲੇ ਮਨੁੱਖ ਹੈ, ਸੋ ਜਿਹੜੇ ਕੁਰਾਨ ਦੀਆਂ ਕਸਮਾਂ, ਕੁਰਾਨ ਦੇ ਉੱਤੇ ਸਾਈਨ ਕਰਕੇ, ਸਿਗਨੇਚਰ ਕਰਕੇ, ਦਸਤਖਤ ਕਰਕੇ, ਝੂਠੀਆਂ ਸੌਹਾਂ ਧਰਮ ਗ੍ਰੰਥਾਂ ਦੀਆਂ ਖਾ ਕੇ ਜਿਹੜੇ ਵਾਅਦਾ ਤੋੜਨ ਵਾਲੇ ਲੋਕ ਹੈ, ਅਹਿਸਾਨ ਫਰਾਮੋਸ਼ ਲੋਕ ਹੈ, ਸੋ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਦਰੇੜਨ ਵਾਲੇ ਹੋ ਆਪ ਜੀ। ਜਗ ਜੀਤ ਜਿਮੀ ਜੇਰ ਕੀ। ਇਸੇ ਤਰ੍ਹਾਂ ਜੰਗ ਨੂੰ ਜਿੱਤ ਕੇ ਜਾਂ ਜਗਤ ਨੂੰ ਸਾਰੇ ਨੂੰ ਅਧੀਨ ਕਰਕੇ, ਜਿਮੀ ਜੇਰ ਕੀ, ਆਪ ਜੀ ਨੇ ਸਾਰੇ ਜਗਤ ਨੂੰ ਅਧੀਨ ਕਰਕੇ, ਔਰ ਜਿਮੀ ਨੂੰ ਜੇਰ ਕਹਿੰਦੇ ਹਨ ਤਾਬੇ ਕੀਤਾ ਹੋਇਆ। ਆਪ ਜੀ ਨੇ ਆਪਣੇ ਤਾਬੇ ਆਪਣੇ ਅਧੀਨ ਕਰ ਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਤੇਗ ਦਾ, ਆਪ ਜੀ ਦੀ ਸ੍ਰੀ ਸਾਹਿਬ ਦਾ, ਆਪ ਜੀ ਦੀ ਭਗਉਤੀ ਦਾ, ਕਿਰਪਾਨ ਦਾ ਜਿਹੜਾ ਡਰ ਹੈ, ਸੋ ਇਸੇ ਪ੍ਰਕਾਰ ਸੱਚੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਜਿਹੜਾ ਜਸ ਹੈ, ਸੰਸਾਰ ਦੇ ਵਿੱਚ ਇੰਨਾ ਜਗਮਗ ਹੋ ਰਿਹਾ, ਤੁਹਾਡੀ ਤਲਵਾਰ ਦੀ ਚਮਕ ਤੇ ਤੁਹਾਡੀ ਜਿਹੜੀ ਵਡਿਆਈ ਮਹਿਮਾ ਸ਼ੋਭਾ ਹੈ, ਉਹ ਇੰਨੀ ਜਗਮਗਾ ਰਹੀ ਹੈ ਕਿ ਸ਼ੋਭਾ ਗਈ ਮੇਰ ਕੀ। ਜਿਹੜਾ ਸੁਮੇਰ ਪਰਬਤ ਹੈ ਨਾ, ਉਹਦੀ ਸ਼ੋਭਾ ਵੀ ਫਿੱਕੀ ਪੈ ਰਹੀ ਹੈ ਤੁਹਾਡੀ ਸ਼ੋਭਾ ਦੇ ਸਾਹਮਣੇ, ਕਿਉਂਕਿ ਸੁਮੇਰ ਪਰਬਤ ਜਿਹੜਾ, ਇਹਨੂੰ ਸਾਰੇ ਪਹਾੜਾਂ ਵਿੱਚੋਂ ਸਿਰਮੌਰ ਮੰਨਿਆ ਗਿਆ, ਸ਼੍ਰੋਮਣੀ ਮੰਨਿਆ ਗਿਆ। ਇਹਨੂੰ ਸੋਨੇ ਦਾ ਪਹਾੜ ਵੀ ਕਹਿੰਦੇ ਹੈ। ਜਦੋਂ ਸੂਰਜ ਦੀਆਂ ਕਿਰਨਾਂ ਇਹਦੇ ਉੱਤੇ ਪੈਂਦੀਆਂ ਤੇ ਐਨ ਸੋਨਾ ਫਿਰ ਇਹਦਾ ਚਮਕਦਾਰ ਹੈ, ਬੜੀ ਸ਼ੋਭਾ ਵਾਲਾ ਪਹਾੜ ਹੈ। ਪਰ ਕਵੀ ਜੀ ਇੱਥੇ ਸਤਿਗੁਰੂ ਜੀ ਦੀ ਮਹਿਮਾ ਵਡਿਆਈ ਕਰਦੇ ਹੋਏ ਕਹਿ ਰਹੇ ਹੈ ਕਿ ਤੁਹਾਡੀ ਸ਼ੋਭਾ ਦੇ ਸਾਹਮਣੇ, ਜਾਂ ਤੁਹਾਡੀ ਤੇਗ ਦੀ ਸ਼ੋਭਾ ਜਿਹੜੀ ਜਗਮਗਾ ਰਹੀ ਹੈ ਸੰਸਾਰ ਵਿੱਚ, ਉਹਦੇ ਸਾਹਮਣੇ ਤਾਂ ਕਹਿੰਦੇ ਸੁਮੇਰ ਪਰਬਤ ਦੀ ਸ਼ੋਭਾ ਵੀ ਮੱਠੀ ਫਿੱਕੀ ਪੈ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੁਹਾਡੀਆਂ ਧੁੰਦਬੀਆਂ ਛੋਟੇ ਨਗਾਰੇ ਵੱਜਦੇ ਆ ਨਾ, ਧੁੰਕਾਰੇ ਵੱਜਦੇ ਆ ਤੇ ਬਾਜਿਆਂ ਦੀ ਆਵਾਜ਼ ਆਉਂਦੀ ਹੈ, ਮਾਨੋ ਜਲ ਧਰ ਗਾਜੇ। ਇਉਂ ਲੱਗਦਾ ਜਿਵੇਂ ਜਲ ਦਾ ਜਿਹੜਾ ਸੋਮਾ ਹੈ, ਭਾਵ ਬੱਦਲ, ਜਿਵੇਂ ਬੱਦਲ ਗੱਜ ਰਹੇ ਹੁੰਦੇ ਹਨ। ਮਹਾਰਾਜ ਤੁਹਾਡੇ ਨਿਸ਼ਾਨਾਂ ਨੂੰ ਝੂਲਦਿਆਂ ਹੋਇਆਂ ਨੂੰ ਵੇਖ ਕੇ, ਤੁਹਾਡੇ ਨਗਾਰਿਆਂ ਨੂੰ ਵੱਜਦਿਆਂ ਹੋਇਆਂ ਨੂੰ ਵੇਖ ਕੇ, ਭੈ ਕਰਕੇ, ਡਰ ਕਰਕੇ ਭਾਨ ਛਿਪੇ ਜਾਤ ਹੈ। ਸੂਰਜ ਹੋਰੀ ਵੀ ਛਿਪ ਜਾਂਦੇ ਹਨ ਭੈ ਖਾ ਕੇ। ਮਹਾਰਾਜ ਸੱਚੇ ਪਾਤਸ਼ਾਹ ਹਾਥੀਆਂ ਦੇ ਹਲਕਾ ਕਹੀਏ ਨਗ, ਬਹੁਤ ਸਾਰੇ ਸਮੂਹ, ਹਾਥੀਆਂ ਦੇ ਬੜੇ ਸਮੂਹ, ਹਾਥੀਆਂ ਦੇ ਹਜ਼ਾਰਾਂ ਹੀ ਨਗ ਆਪ ਜੀ ਕੋਲ ਹਨ। ਤੇ ਗਨੇ ਕੋ ਹੈ, ਜਿਹੜੇ ਹੈ ਨਾਮ ਹੈ ਘੋੜੇ ਦਾ, ਘੋੜਿਆਂ ਦੀ ਗਿਣਤੀ ਕੌਣ ਕਰੇ, ਬੇਅੰਤ ਹੀ ਘੋੜੇ। ਗਾਤ ਨਾਮ ਹੈ ਸਰੀਰ ਦਾ, ਜਿਨ੍ਹਾਂ ਦੇ ਸਰੀਰਾਂ ਦੇ ਉੱਤੇ ਜੜਾਊ ਕੀਤੇ ਹੋਏ ਹਨ ਜਵਾਹਰ ਆਦਿਕ, ਤੇ ਇਹਨਾਂ ਦੇ ਨਾਲ ਕਹਿੰਦੇ ਜਵਾਹਰਾਂ ਹੀਰਿਆਂ ਦੇ ਨਾਲ ਜਿਹੜੇ ਜਗਮਗਾਉਂਦੇ ਆ ਰਹੇ ਹਨ। ਇਸ ਪ੍ਰਕਾਰ ਕੋਰ ਨਾਮ ਹੈ ਕਤਾਰਾਂ ਦਾ, ਕਤਾਰਾਂ ਸਾਜ ਕੇ ਤੇ ਬੜੇ ਜ਼ੋਰ ਦੇ ਨਾਲ ਇਹ ਜਿਹੜੇ ਘੋੜੇ ਆ ਇਹ ਚੱਲ ਰਹੇ ਆ। ਕਰ ਨਾਲਨ ਕੋ ਸ਼ੋਰ ਸੁਣੋ, ਤੇ ਨਾਲਨ ਜਿਹੜੀਆਂ ਨਾਲਾਂ ਹਨ, ਜਾਂ ਜੋ ਇਹਨਾਂ ਦੇ ਗਲੇ ਦੇ ਵਿੱਚ ਪਾਏ ਹੋਏ ਜਿਹੜੇ ਘੁੰਗਰੂ ਬੰਨੇ ਹੋਏ ਆ ਨਾ, ਸੋ ਉਹਨਾਂ ਦੀ ਜਿਹੜੀ ਆਵਾਜ਼ ਹੈ, ਉਹਨਾਂ ਦੇ ਸ਼ੋਰ ਨੂੰ ਸੁਣ ਕੇ ਸੋ ਜਿਹੜਾ ਸੁਰੇਸ਼ ਦੇਵਤਿਆਂ ਦਾ ਜਿਹੜਾ ਰਾਜਾ ਹੈ, ਭਾਵ ਇੰਦਰ, ਤੇ ਧਰਤੀ ਦੇ ਜਿਹੜੇ ਰਾਜੇ ਹਨ, ਉਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਹਾਥੀਆਂ ਘੋੜਿਆਂ ਦੀਆਂ ਨਾਲਾਂ ਦੀ ਆਵਾਜ਼ ਸੁਣ ਕੇ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਾਰੇ ਸ਼ੰਕਤ ਜੇ ਹੋ ਜਾਂਦੇ ਆ, ਭੈ ਭੀਤ ਹੋ ਜਾਂਦੇ ਹਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਦੇ ਕਵੀ ਹੰਸ ਰਾਮ ਜੀ ਕਹਿ ਰਹੇ ਹੈ, ਕਹਿੰਦੇ ਹੇ ਰਾਜਿਓ, ਹੇ ਸੁਰੇਸ਼ੋ, ਹੇ ਨਰੇਸ਼ੋ, ਕਹਿੰਦੇ ਭੱਜੋ ਨਾ, ਤੁਸੀਂ ਭੱਜੋ ਨਾ। ਕਹਿੰਦੇ ਇਹ ਜਿਹੜੇ ਘੋੜੇ ਤੁਰੇ ਆ ਰਹੇ ਆ ਨਾ, ਹਾਥੀ ਤੁਰੇ ਆ ਰਹੇ ਹੈ, ਇਹ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਆ ਰਹੇ, ਇਹ ਕਿਸੇ ਨੂੰ ਮਾਰਨ ਵਾਸਤੇ ਨਹੀਂ ਆ ਰਹੇ। ਹੰਸ ਰਾਮ ਕਹਿਤ ਬਰਾਜੋ ਜਿਨ ਭਾਜੋ, ਕਹਿੰਦੇ ਜਿਹੜੇ ਭੱਜ ਰਹੇ ਹੋ ਨਾ, ਤੁਸੀਂ ਭੱਜੋ ਨਾ, ਬਰਾਜ ਜਾਓ, ਖੜ ਜਾਓ ਆਪਣੀ ਜਗ੍ਹਾ ਤੇ। ਕਹਿੰਦੇ ਇਹ ਸਤਿਗੁਰ ਸੱਚੇ ਪਾਤਸ਼ਾਹ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਜਾ ਰਹੇ, ਇਹ ਤਾਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਜਿਨ੍ਹਾਂ ਕਵੀਆਂ ਨੇ ਸਤਿਗੁਰੂ ਦੀ ਸ਼ੋਭਾ ਕੀਤੀ ਆ ਨਾ, ਉਹਨਾਂ ਕਵੀਆਂ ਨੂੰ ਸਤਿਗੁਰੂ ਜੀ ਨੇ ਹਾਥੀਆਂ ਘੋੜਿਆਂ ਦੀ ਜਿਹੜੀ ਬਖਸ਼ਿਸ਼ ਕੀਤੀ ਹੈ, ਉਹਨਾਂ ਹਾਥੀਆਂ ਘੋੜਿਆਂ ਦੇ ਸਮੇਤ ਕਵੀ ਆਪਣੇ ਘਰਾਂ ਨੂੰ ਜਾ ਰਹੇ ਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਕਵੀ ਹੰਸ ਰਾਮ ਜੀ ਕਹਿੰਦੇ ਡਰ ਕੇ ਨਾ ਭੱਜੋ, ਇਹ ਕੋਈ ਸੈਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫੌਜ ਕਿਧਰੇ ਚੜ੍ਹਾਈ ਕਰਕੇ ਨਹੀਂ ਜਾ ਰਹੀ। ਇੰਨੇ ਕੁ ਹਾਥੀ ਘੋੜੇ ਤਾਂ ਮਹਾਰਾਜ ਆਪਣੇ ਕਵੀਆਂ ਨੂੰ ਖੁਸ਼ ਹੋ ਕੇ ਬਖਸ਼ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀਓ ਆਪ ਜੀ ਸ਼ਰਨਾਗਤ ਆਏ ਸਾਧਕਾਂ ਵਾਸਤੇ ਸਿੱਧੀ ਦੇ ਦਾਤੇ ਹੋ, ਔਰ ਸਮਰ ਸਿੰਧ ਮੈਦਾਨੇ ਜੰਗ ਦੇ ਸਮੁੰਦਰ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸ਼ੋਭਾ, ਆਪ ਜੀ ਦੀ ਸੁੰਦਰਤਾ ਚੰਦਰਮਾ ਦੇ ਨਾਲੋਂ ਵੀ ਵਧੇਕ ਹੈ। ਕਲਸ ਪਾਠ ਹੈ। ਕੁਲ ਕੋ ਕਲਸ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕੁਲ ਦੇ ਉੱਚੀ ਪਦਵੀ ਵਾਲੇ ਹੋ, ਕੁਲ ਦੇ ਸ਼ਿੰਗਾਰ ਹੋ, ਸ਼੍ਰੋਮਣੀ ਹੋ ਕੁਲ ਦੇ ਵਿੱਚੋਂ, ਸੋਢੀਆਂ ਦੀ ਕੁਲ ਦੇ ਵਿੱਚੋਂ। ਔਰ ਇਸੇ ਪ੍ਰਕਾਰ ਕਵ ਕਾਮਨਾ ਕੋ ਕਾਮ ਤਰ, ਕਵੀਆਂ ਦੀ ਕਾਮਨਾ ਪੂਰੀ ਕਰਨ ਵਾਲੇ, ਵਿਦਵਾਨਾਂ ਦੀ ਕਦਰ ਕਰਨ ਵਾਲੇ ਆਪ ਜੀ ਕਾਮ ਤਰ ਹੋ। ਕਾਮ ਕਹੀਏ ਕਾਮਨਾ, ਤੇ ਤਰ ਨਾਮ ਹੈ ਰੁੱਖ ਦਾ। ਉਹ ਰੁੱਖ, ਉਹ ਦਰਖਤ ਜਿਹਦੇ ਕੋਲ ਬੈਠ ਕੇ, ਜਿਹਦੇ ਹੇਠਾਂ ਬੈਠ ਕੇ ਜਿਹੜੀ ਕਾਮਨਾ ਕੀਤੀ ਜਾਵੇ ਉਹ ਪੂਰੀ ਕਰ ਦਿੰਦਾ ਹੈ। ਉਹਨੂੰ ਧਰਮ ਗ੍ਰੰਥਾਂ ਵਿੱਚ ਕਹਿੰਦੇ ਆ ਕਲਪ ਤਰ। ਜੋ ਕਲਪਨਾ ਕੀਤੀ ਜਾਵੇ ਉਹ ਤਰ, ਉਹ ਦਰਖਤ ਉਸੇ ਸਮੇਂ ਪੂਰੀ ਕਰ ਦਿੰਦਾ ਹੈ। ਤੇ ਮਹਾਰਾਜ ਸਾਡੇ ਵਰਗੇ ਕਵੀਆਂ ਵਾਸਤੇ ਤਾਂ ਆਪ ਜੀ ਕਾਮਤਰ ਹੋ, ਕਾਮਨਾ ਪੂਰੀ ਕਰਨ ਵਾਲੇ ਦਰਖਤ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪ ਜੀ ਕੋਪ ਗੁੱਸੇ ਵਿੱਚ ਆਉਂਦੇ ਹੋ, ਵੀਰ ਰਸ ਵਿੱਚ ਆਉਂਦੇ ਹੋ, ਉਸ ਵੇਲੇ ਕਾਲ ਰੂਪ ਹੋ। ਕਵੀਆਂ ਨੂੰ ਗੁਣ ਗਾਇਓ ਹੈ, ਕਵੀਆਂ ਨੇ ਆਪ ਜੀ ਦੇ ਗੁਣਾਂ ਦਾ ਗਾਇਨ ਕੀਤਾ ਹੈ। ਦੇਵਨ ਮੈਂ ਦੇਵਤਿਆਂ ਦੇ ਵਿੱਚ, ਦਾਨਵ ਮੈਂ ਦੈਤਾਂ ਦੇ ਵਿੱਚ, ਮਾਨਵ ਮਨੁੱਖਾਂ ਵਿੱਚ, ਤੇ ਮੁਨਨ ਹੂੰ ਮੈਂ, ਜਿਹੜੇ ਰਿਸ਼ੀ ਮੁਨੀ ਹਨ ਉਹਨਾਂ ਦੇ ਵਿੱਚ। ਇਹਨਾਂ ਸਾਰਿਆਂ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜਸ, ਆਪ ਜੀ ਦੀ ਵਡਿਆਈ ਸਾਰੇ ਜਹਾਨ ਵਿੱਚ ਚੱਲੀ ਆਉਂਦੀ ਹੈ। ਸਾਰੇ ਜਹਾਨ ਵਿੱਚ ਤੁਹਾਡੀ ਵਡਿਆਈ ਜਸ ਹੋ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਤੇਗ ਵੀ ਸੱਚ ਦੇ ਉੱਤੇ ਪਹਿਰਾ ਦੇਣ ਵਾਲੀ ਹੈ। ਤੇਗ ਵੀ ਸੱਚੀ ਹੈ ਤੇ ਦੇਗ ਵੀ ਸੱਚੀ ਹੈ। ਆਪਾਂ ਕਹਿੰਦੇ ਆ ਨਾ ਦੇਗ ਤੇਗ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੇਗ ਵੀ ਸੱਚੀ ਹੈ। ਮੈਦਾਨੇ ਜੰਗ ਵਿੱਚ ਜਦੋਂ ਤੇਜ ਵਾਹੁੰਦੇ ਆ ਉਦੋਂ ਵੀ ਤੇਗ ਵਾਹੁੰਦੇ ਆ, ਉਦੋਂ ਵੀ ਸੱਚ ਧਰਮ ਦੇ ਲਈ, ਸੱਚ ਧਰਮ ਦੀ ਰੱਖਿਆ ਦੇ ਲਈ। ਤੇ ਜਦੋਂ ਦੇਗ ਭਾਵ ਲੰਗਰ ਚਲਾਉਂਦੇ ਆ ਉਹ ਵੀ ਧਰਮ ਦੇ ਫੈਲਾਅ ਦੇ ਲਈ, ਵੀ ਕੋਈ ਵੀ ਆਵੇ ਕੋਈ ਭੁੱਖਾ ਨਾ ਜਾਵੇ। ਦੇਗ ਅਤੇ ਤੇਗ ਦੋਵੇਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸੱਚ ਰੂਪ ਹਨ। ਤੇ ਇਸੇ ਪ੍ਰਕਾਰ ਸੂਰਮਾ ਸਰਨ ਸੱਚੋ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸੂਰਮਤਾਈ ਔਰ ਆਪ ਜੀ ਦੇ ਸੂਰਮੇ ਜਿਹੜੇ ਹੈ ਉਹ ਵੀ ਸੱਚੇ ਹੈ। ਤੇ ਜਿਹੜੇ ਸੂਰਮੇ ਆਪ ਜੀ ਦੀ ਸ਼ਰਨ ਆ ਜਾਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਵੀ ਸੱਚੀ ਹੈ। ਸੱਚੋ ਪਾਤਸ਼ਾਹ ਗੁਰੂ ਗੋਬਿੰਦ ਕਹਾਇਓ ਹੈ। ਆਪ ਜੀ ਸੱਚੇ ਪਾਤਸ਼ਾਹ ਹੋ। ਦੁਨੀਆ ਦੇ ਬਾਦਸ਼ਾਹ ਜਿਹੜੇ, ਦੁਨੀਆ ਦੇ ਪਾਤਸ਼ਾਹ ਚੱਕਰਵਰਤੀ ਜਿਹੜੇ ਹੈ ਉਹ ਤਾਂ ਝੂਠੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸੱਚੇ ਪਾਤਸ਼ਾਹ ਹੋ। ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ। ਜਿਸ ਸਤਿਗੁਰੂ ਜੀ ਦੇ ਕੋਲੇ ਬਹਿ ਕੇ ਸ਼ੋਭਾ ਪਾਈਦੀ ਹੈ ਤੇ ਉਹ ਸੱਚੇ ਪਾਤਸ਼ਾਹ ਹੀ ਹੈ ਨਾ। ਦੁਨੀਆ ਦੇ ਰਾਜਿਆਂ ਕੋਲੇ ਜਾ ਕੇ ਬਹਿ ਜਾਓ, ਕਿਸੇ ਕੋਲੇ ਕੌਣ ਸ਼ੋਭਾ ਕਰਦਾ ਹੈ?
ਠੀਕ ਆ, ਜਿੰਨੀ ਦੇਰ ਤੱਕ ਉਹਨਾਂ ਦਾ ਰਾਜ ਭਾਗ ਹੋਊਗਾ ਲੋਕ ਸ਼ੋਭਾ ਕਰਨਗੇ, ਜਾਂ ਤੁਹਾਡੇ ਤੱਕ ਕਿਸੇ ਨੂੰ ਮਤਲਬ ਹੋਊਗਾ ਤੇ ਲੋਕ ਕਹਿਣਗੇ ਵੀ ਹਾਂ ਇਹ ਮੁੱਖ ਮੰਤਰੀ ਸਾਹਿਬ ਕੋਲੇ ਬਹਿੰਦਾ ਬੰਦਾ ਜਾ ਕੇ ਵੀ ਬੜੀ ਸ਼ੋਭਾ ਇਹਦੀ, ਬੜਾ ਇਹਦਾ ਜਸ ਹੈ। ਪਰ 5 ਕੁ ਸਾਲਾਂ ਬਾਅਦ ਸਰਕਾਰਾਂ ਬਦਲ ਜਾਂਦੀਆਂ, ਰਾਜੇ ਬਦਲ ਜਾਂਦੇ ਆ, ਫਿਰ ਉਹ ਸ਼ੋਭਾ ਕਿੱਧਰ ਜਾਂਦੀ ਹੈ? ਫਿਰ ਨਹੀਂ ਪੁੱਛਦਾ ਕੋਈ ਵੀ। ਆ ਹੁਣ ਤੋਂ ਜਿਹੜੀਆਂ ਪਹਿਲੀਆਂ ਸਰਕਾਰਾਂ, ਜਿਹੜੇ ਲੋਕ ਉਹਨਾਂ ਕੋਲ ਜਾ ਬਹਿੰਦੇ ਸੀ, ਅੱਜ ਉਹਨਾਂ ਦੀ ਕਿੰਨੀ ਕੁ ਸ਼ੋਭਾ ਆਪਾਂ ਨੂੰ ਪਤਾ ਹੀ ਹੈ ਕੀ ਹਾਲਾਤ ਬਣੇ ਹੋਏ ਆ। ਆ ਜਿਹੜੀਆਂ ਹੁਣ ਸਰਕਾਰਾਂ ਹੈ, ਜਦੋਂ ਇਹਨਾਂ ਦਾ ਰਾਜ ਭਾਗ ਦਾ ਸਮਾਂ ਚਲਿਆ ਜਾਵੇਗਾ ਤਾਂ ਜਿਹੜੇ ਲੋਕ ਇਹਨਾਂ ਦੇ ਜਾ ਕੇ ਗੋਡਿਆਂ ਦੇ ਨਾਲ ਲੱਗ ਬਹਿੰਦੇ ਆ, ਇਹਨਾਂ ਤੋਂ ਉਮੀਦਾਂ ਕਰਦੇ ਆ ਵੀ ਕੰਮ ਕਰਨਗੇ, ਤੇ ਉਹਨਾਂ ਦੀ ਕਿਹੜੀ ਸ਼ੋਭਾ ਹੋਏਗੀ? ਇਹ ਦੁਨੀਆ ਦੇ ਪਾਤਸ਼ਾਹ, ਕੂੜੇ ਪਾਤਸ਼ਾਹ, ਝੂਠੇ ਪਾਤਸ਼ਾਹ ਹੈ। ਇਸ ਕਰਕੇ ਇਹਨਾਂ ਦੇ ਕੋਲ ਬੈਠਣ ਨਾਲ ਸ਼ੋਭਾ ਘੱਟ ਹੁੰਦੀ ਹੈ, ਬਦਨਾਮੀ ਜ਼ਿਆਦਾ ਹੁੰਦੀ ਹੈ, ਕਿਉਂਕਿ ਸਾਰੇ ਸ਼ੋਭਾ ਨਹੀਂ ਕਰਦੇ। ਇੱਕ ਜਿਹਨੂੰ ਕੰਮ ਹੈ ਤੁਹਾਡੇ ਤੱਕ, ਉਹ ਸ਼ੋਭਾ ਕਰੇਗਾ, ਉਹ ਵੀ ਆਪਣੇ ਕੰਮ ਦਾ ਕਰਕੇ। ਤੇ ਬਾਕੀ ਲੋਕ ਤਾਂ ਵਿਰੋਧ ਹੀ ਕਰਦੇ ਵੀ ਫਲਾਣਾ ਦਾ ਜਾ ਕੇ ਉਹ ਬਹਿ ਗਿਆ ਸਰਕਾਰ ਦੇ ਪੈਰਾਂ ਵਿੱਚ, ਸਰਕਾਰ ਦੇ ਨਾਲ ਰਲ ਗਿਆ, ਸ਼ੋਭਾ ਨਹੀਂ ਹੁੰਦੀ। ਦੁਨੀਆ ਦੇ ਰਾਜਿਆਂ ਕੋਲੇ ਬਹਿ ਕੇ ਕੋਈ ਸ਼ੋਭਾ ਦੀ ਪ੍ਰਾਪਤੀ ਨਹੀਂ ਹੁੰਦੀ, ਪਰ ਗੁਰੂ ਕੋਲੇ ਬੈਠੀਏ ਤਾਂ ਸ਼ੋਭਾ ਹੁੰਦੀ ਆ। ਤੁਸੀਂ ਸੰਗਤ ਵਿੱਚ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ ਤੇ ਸ਼ੋਭਾ ਹੀ ਹੋ ਰਹੀ ਹੈ। ਕਿੰਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰੂ 20 ਵਿਸਵੇ ਤੇ ਸੰਗਤ ਨੂੰ 21 ਵਿਸਵੇ ਆਖਿਆ, ਸ਼ੋਭਾ ਹੀ ਹੈ, ਸਤਿਗੁਰ ਨੇ ਵਡਿਆਈ ਦਿੱਤੀ ਹੈ। ਔਰ ਜਦੋਂ ਕੋਈ ਬੁਲਾਰਾ ਸਟੇਜ ਤੋਂ ਸੰਬੋਧਨ ਹੁੰਦਾ ਹੈ, ਇਹੀ ਕਹਿੰਦਾ ਵੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ। ਇਹ ਸ਼ੋਭਾ ਹੀ ਹੈ, ਇਹ ਵਡਿਆਈ ਹੈ। ਦੁਨੀਆ ਦੇ ਰਾਜਿਆਂ ਕੋਲੇ ਬੈਠਿਆਂ ਕਦੇ ਇੰਨੀ ਸ਼ੋਭਾ ਹੁੰਦੀ ਹੈ? ਨਹੀਂ। ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲੇ ਜਾਈਏ ਤੇ ਉਹਨਾਂ ਕੋਲ ਹੀ ਸ਼ੋਭਾ ਹੁੰਦੀ ਹੈ। ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾਂ ਦਾ ਵੇ ਸਾਹ। ਸਾਰਿਆਂ ਦਾ ਯਕੀਨ ਵੀ ਬਣਦਾ ਵੀ ਇਹ ਸੱਚਾ ਸੁੱਚਾ ਸਿੱਖ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਗਿਆ ਸ਼ੋਭਾ ਹੁੰਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਚੋ ਪਾਤਸ਼ਾਹ ਗੁਰੂ ਗੋਬਿੰਦ ਕਹਾਇਓ ਹੈ। हे ਸੱਚੇ ਪਾਤਸ਼ਾਹ, ਆਪ ਜੀ ਨੇ ਗੁਰੂ ਰੂਪ ਹੋ ਕੇ ਗੁਰੂ ਗੋਬਿੰਦ ਸਿੰਘ ਕਹਾਇਆ ਹੈ ਸੰਸਾਰ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਵੇਦਾਂ ਦੇ ਵਿੱਚ ਜਿਹੜਾ ਸ਼ਾਮ ਵੇਦ, ਉਹਦੀ ਵਡਿਆਈ, ਉਹਨੂੰ ਵੱਡਾ ਸੁਣੀਂਦਾ ਹੈ। ਔਰ ਸਿੰਧ ਜਿਹੜਾ ਸਮੁੰਦਰ ਹੈ, ਉਹਦੀ ਮਰਿਆਦਾ ਵੱਡੀ ਸੁਣੀਂਦੀ ਹੈ, ਕਿਉਂਕਿ ਸਮੁੰਦਰ ਹਮੇਸ਼ਾ ਕਹਿੰਦੇ ਆ ਵੀ ਉਹ ਮਰਿਆਦਾ ਵਿੱਚ ਰਹਿੰਦਾ ਹੈ। ਉਹ ਕਦੇ ਆਪਣੇ ਕੰਢੇ ਉਲੰਘ ਕੇ ਬਾਹਰ ਨਹੀਂ ਆਉਂਦਾ, ਉਹ ਮਰਿਆਦਾ ਦੇ ਵਿੱਚ ਹੀ ਰਹਿੰਦਾ, ਇੱਕ ਜਗ੍ਹਾ ਟਿਕ ਕੇ ਸ਼ਾਂਤ ਰਹਿੰਦਾ ਹੈ। ਆਮ ਕਹਾਵਤ ਹੈ ਵੀ ਸਾਧੂ ਤੇ ਸਮੁੰਦਰ ਇਹ ਕਦੇ ਮਰਿਆਦਾ ਤੋਂ ਬਾਹਰ ਨਹੀਂ ਜਾਂਦੇ। ਹਾਂ, ਜੇ ਕਦੇ ਆ ਜਾਣ ਫਿਰ ਛੱਡਦੇ ਕੱਖ ਨਹੀਂ। ਸਾਧੂ ਵੀ ਕਦੇ ਗੁੱਸੇ ਵਿੱਚ ਆ ਜਾਵੇ, ਕਿਸੇ ਨੇ ਸਾਧੂ ਨੂੰ ਗੁੱਸੇ ਕਰ ਲਿਆ, ਸਾਧੂ ਦਾ ਨਿਰਾਦਰ ਕਰ ਦਿੱਤਾ, ਕਿਸੇ ਗੱਲੋਂ ਖਫਾ ਹੋ ਗਿਆ ਸਾਧੂ ਸੰਤ, ਤੇ ਫਿਰ ਜਿਹਦੇ ਉੱਤੇ ਖਫਾ ਹੋ ਜਾਂਦਾ ਕੋਪ ਦਾ ਨਾ, ਉਹਦਾ ਰਹਿੰਦਾ ਕੱਖ ਨਹੀਂ। ਜੜ੍ਹਾਂ ਪਟਣ ਉਸ ਕੁਲ ਦੀਆਂ ਜੋ ਕਰੇ ਤਮਾਸ਼ਾ ਸੰਤਾਂ ਦਾ। ਰੱਬ ਨੂੰ ਵੀ ਮੰਨਣਾ ਪੈ ਜਾਂਦਾ, ਕੀਤਾ ਅਰਦਾਸਾ ਸੰਤਾਂ ਦਾ। ਸਾਧੂ ਅਤੇ ਸਮੁੰਦਰ ਕਦੇ ਮਰਿਆਦਾ ਤੋਂ ਬਾਹਰ ਨਹੀਂ ਹੁੰਦੇ, ਪਰ ਜਦੋਂ ਹੋ ਜਾਣ ਫਿਰ ਕੱਖ ਨਹੀਂ ਛੱਡਦੇ ਆ। ਪਿਛਲੇ ਸਾਲਾਂ ਦੇ ਵਿੱਚ ਆਪਾਂ ਸੁਣਿਆ ਹੀ ਹੈ, ਪੜ੍ਹਿਆ, ਪ੍ਰਤੱਖ ਦੇਖਿਆ, ਅਖਬਾਰਾਂ ਦੇ ਰਾਹੀਂ, ਮੀਡੀਆ ਦੇ ਹੋਰ ਸਾਧਨਾਂ ਰਾਹੀਂ। ਸਮੁੰਦਰ ਮਰਿਆਦਾ ਤੋਂ ਬਾਹਰ ਹੋਇਆ, ਸੁਨਾਮੀ ਲਹਿਰਾਂ ਆਈਆਂ ਤੇ ਐਨ ਸਾਫ਼ ਕਰ ਗਿਆ ਪਲਾਂ ਛਲਾਂ ਦੇ ਵਿੱਚ ਹੀ ਸਭ ਕੁਝ। ਜਦੋਂ ਮਰਿਆਦਾ ਤੋਂ ਬਾਹਰ ਹੁੰਦਾ ਐਵੇਂ ਹੁੰਦਾ, ਪਰ ਆਮ ਤੌਰ 'ਤੇ ਮਰਿਆਦਾ ਵਿੱਚ ਰਹਿੰਦਾ ਸਮੁੰਦਰ। ਸੋ ਕਵੀ ਜੀ ਕਹਿ ਰਹੇ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਦਾਂ ਦੇ ਵਿੱਚੋਂ ਸ਼ਾਮ ਵੇਦ ਦੀ ਵਡਿਆਈ ਸੁਣੀ ਹੈ, ਤੇ ਮਰਿਆਦਾ ਦੇ ਪੱਖ ਤੋਂ ਸਮੁੰਦਰ ਦੀ ਵਡਿਆਈ ਵੱਡੀ ਹੈ। ਤੇ ਇਸੇ ਪ੍ਰਕਾਰਾ ਮਹਿ ਮੰਡਲ ਦੇ ਵਿੱਚ, ਇਸ ਧਰਤੀ ਮੰਡਲ ਦੇ ਵਿੱਚ ਮੇਰ ਕਹੀਏ, ਸੁਮੇਰ ਪਰਬਤ ਹੈ ਜਿਹੜਾ, ਉਹਨੂੰ ਵੱਡਾ, ਉਹਨੂੰ ਸਰਮੌਰ ਗਿਣਿਆ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਗੁਰਿਆਈ ਕਰਕੇ, ਗੁਰਤਾ ਗੱਦੀ ਕਰਕੇ, ਗੁਰੂ ਨਾਨਕ ਦੀ ਜੋਤ ਹੋਣ ਕਰਕੇ ਇਹਨਾਂ ਸਭਨਾਂ ਤੋਂ ਵੱਡੇ ਹੋ। ਤੇ ਇਹ ਸਾਰੇ ਜਿਹੜੇ ਵੱਡੇ ਗਿਣੇ ਜਾਂਦੇ ਆ ਨਾ ਸੰਸਾਰ ਵਿੱਚ, हे ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਗੁਰਿਆਈ ਦੇ, ਆਪ ਜੀ ਦੀ ਗੁਰਤਾ ਗੱਦੀ ਦੇ ਇਹ ਸਾਰੇ ਗੁਣ ਗਾਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸ਼ਰਨ ਦੇ ਸਾਗਰ ਹੋ, ਸ਼ਰਨ ਦੇ ਸਮੁੰਦਰ ਹੋ। ਜਿੰਨੇ ਮਰਜ਼ੀ ਤੁਹਾਡੀ ਸ਼ਰਨ ਵਿੱਚ ਆਈ ਜਾਣ, ਸਾਰਿਆਂ ਨੂੰ ਸ਼ਰਨ ਵਿੱਚ ਰੱਖ ਲੈਂਦੇ ਹੋ, ਆਪਣਾ ਬਿਰਦ ਪਾਲਦੇ ਹੋ, ਸ਼ਰਨ ਆਇਆਂ ਦੀ ਲਾਜ ਰੱਖਦੇ ਹੋ। ਤੇ ਇਸੇ ਪ੍ਰਕਾਰ ਆਪ ਜੀ ਸਰਮ ਕੇ ਸਾਗਰ, ਸ਼ਰਨ ਆਇਆਂ ਵਾਸਤੇ ਸਾਗਰ ਰੂਪ ਹੋ। ਸਪੂਤਨ ਕੇ ਸਿਰਮੌਰ, ਸਪੁੱਤਰਾਂ ਦੇ ਵਿੱਚੋਂ ਆਪ ਜੀ ਸਿਰਮੌਰ ਸਪੁੱਤਰ ਹੋ।
ਕਿਉਂਕਿ ਦੁਨੀਆ ਦੇ ਸਪੁੱਤਰ ਉਹ ਮਾਂ-ਬਾਪ ਦੇ ਮੋਹ ਦੇ ਵਿੱਚ ਇੰਨੇ ਫਸੇ ਹੁੰਦੇ ਐ। ਕੋਈ ਦੁਨੀਆ ਦਾ ਸਪੁੱਤਰ ਕਹਿ ਸਕਦਾ ਆਪਣੇ ਪਿਤਾ ਨੂੰ 9 ਸਾਲ ਦੀ ਉਮਰ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੇ ਇਹਨਾਂ ਹਿੰਦੂਆਂ ਬ੍ਰਾਹਮਣਾਂ ਦੀ ਚੋਟੀ ਧੋਤੀ, ਇਹਨਾਂ ਦਾ ਟਿੱਕਾ ਜਨੇਊ ਕਿਸੇ ਬਲੀਦਾਨ ਦੇ ਨਾਲ, ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਨਾਲ ਬਚ ਸਕਦਾ ਤਾਂ ਆਪ ਜੀ ਜਾਓ, ਮੈਂ ਆਪਣੇ ਆਪ ਨੂੰ ਅਨਾਥ ਹੋਣਾ ਪ੍ਰਵਾਨ ਕਰ ਲਵਾਂਗਾ, ਪਰ ਮੈਂ ਆ ਸਮੁੱਚੇ ਭਾਰਤ ਵਰਸ਼ ਦੇ ਬੱਚਿਆਂ ਨੂੰ ਅਨਾਥ ਨਹੀਂ ਦੇਖਣਾ ਚਾਹੁੰਦਾ। ਕੋਈ ਇਹੋ ਜਿਹਾ ਸਪੁੱਤਰ ਹੋਵੇਗਾ? ਇਸ ਕਰਕੇ ਮਹਾਰਾਜ ਆਪ ਸਪੂਤਨ ਦੇ ਵਿੱਚੋਂ, ਸਪੁੱਤਰਾਂ ਦੇ ਵਿੱਚੋਂ ਵੀ ਸਿਰਮੌਰ ਹੋ। ਸੁੰਦਰ ਸੁਦਾ ਸਰ ਸੇ ਸੁੰਦਰ ਬਣਾਏ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਚੰਦਰਮਾ ਦੇ ਨਾਲੋਂ ਵੀ ਸੁੰਦਰ ਹੋ। ਆਪ ਜੀ ਦੀ ਵਡਿਆਈ ਚੰਦਰਮਾ ਨਾਲੋਂ ਵੀ ਜ਼ਿਆਦਾ ਉੱਚੀ ਵੱਡੀ ਗਿਣੀ ਗਈ ਹੈ। ਰਚਨ ਮੈਦਾਨ ਬਾਨ ਬਾਨੀ ਹਰੀ ਚੰਦ ਕੀ ਸੀ। ਰਚਨ ਮੈਦਾਨ ਬਾਨ, ਆਪ ਜੀ ਬਾਣੀ ਰਚਨ ਦੇ ਵਿੱਚ ਸ਼ਾਰਦਾ ਵਰਗੇ ਹੋ। ਬਾਣ ਨਾਮ ਹੈ ਬਾਣੀ ਦਾ, ਤੇ ਬਾਣੀ ਦੀ ਦੇਵੀ ਮੰਨਿਆ ਗਿਆ ਸ਼ਾਰਦਾ ਨੂੰ, ਸਰਸਵਤੀ ਨੂੰ। ਆਪ ਜੀ ਸਾਰਦਾ ਸਮਾਨ ਹੋ ਬਾਣੀ ਰਚਣ ਵਾਲੇ। ਔਰ ਇਸੇ ਪ੍ਰਕਾਰ ਬਾਣੀ ਹਰ ਚੰਦ ਕੀ ਸੀ। ਤੇ ਆਪ ਜੀ ਦੀ ਜਿਹੜੀ ਬੋਲ ਬਾਣੀ ਹੈ, ਆਪ ਜੀ ਦੇ ਜਿਹੜੇ ਬਚਨ ਹੈ, ਜਿਵੇਂ ਹਰੀ ਚੰਦ ਹਮੇਸ਼ਾ ਸੱਚ ਬੋਲਦਾ ਸੀ ਨਾ, ਸੱਚ ਬੋਲਦਾ ਸੀ, ਇਸੇ ਪ੍ਰਕਾਰ ਆਪ ਜੀ ਦੇ ਬਚਨ ਵੀ ਹਮੇਸ਼ਾ ਸੱਚੇ ਹਨ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਸਤਿਗੁਰੂ ਜੀ ਦੇ ਯਥਾਰਥ ਬੋਲ ਹੁੰਦੇ ਆ। ਜਿਹੜੇ ਬੋਲ ਸਤਿਗੁਰੂ ਜੀ ਬੋਲਦੇ ਆ ਉਹ ਸੱਚੇ ਬੋਲ ਹੁੰਦੇ ਆ। ਆਪਾਂ ਤਾਂ ਦਿਨ ਦੇ ਵਿੱਚ ਇੱਕ ਅੱਧਾ ਹੀ ਸੱਚਾ ਬੋਲ ਬੋਲਦੇ ਹੋਵਾਂਗੇ, ਬਾਕੀ ਤਾਂ ਆਪਾਂ ਝੂਠ ਹੀ ਬੋਲਦੇ ਰਹਿੰਦੇ ਆ ਨਾ, ਨਿੰਦਿਆ ਹੀ ਕਰਦੇ ਰਹਿੰਦੇ ਆ। ਪਰ ਸਤਿਗੁਰੂ ਦੇ ਬਚਨ ਐਸੇ ਨਹੀਂ। ਇਸੇ ਕਰਕੇ ਜਿਹੜੇ ਸਾਡੇ ਬੋਲ ਹੈ, ਇਹਨਾਂ ਦਾ ਮੁੱਲ ਜਿਹੜਾ ਨਾ, ਇਹਨਾਂ ਦੀ ਵੈਲਿਊ, ਇਹਨਾਂ ਦਾ ਜਿਹੜਾ ਅਰਥ ਹੈ ਉਹ ਸਮੇਂ ਦੇ ਅਧੀਨ ਹੁੰਦਾ ਹੈ। ਹੁਣ ਜਿਹੜੇ ਆਪਾਂ ਬੋਲ ਬੋਲੇ, ਇਹਨਾਂ ਦਾ ਮਤਲਬ ਇੱਥੇ ਹੀ ਹੈ ਬਸ, ਇਸ ਤੋਂ ਬਾਅਦ ਇਹਨਾਂ ਦਾ ਕੋਈ ਮਤਲਬ ਨਹੀਂ ਰਹਿਣਾ। ਪਰ ਸਤਿਗੁਰੂ ਨੇ ਜਿਹੜੇ ਬੋਲ ਬੋਲ ਦਿੱਤੇ, ਸਤਿਗੁਰੂ ਨੇ ਜਿਹੜੇ ਬਚਨ ਕਰ ਦਿੱਤੇ, ਦੇਖੋ ਕਿੰਨੇ 100 ਸਾਲ ਹੋ ਗਏ ਸਤਿਗੁਰੂ ਦੇ ਬਚਨਾਂ ਨੂੰ ਬੋਲਿਆ ਗਿਆ ਨੂੰ, ਸਤਿਗੁਰੂ ਦੀ ਬਾਣੀ ਨੂੰ। ਤੇ ਗੁਰਮੁਖ ਪਿਆਰਿਓ, ਜਿੰਨਾ ਅਰਥ ਉਹਨਾਂ ਦਾ ਉਦੋਂ ਸੀ ਉਨਾ ਹੀ ਅਰਥ ਅੱਜ ਹੈ। ਯੁੱਗਾਂ ਦੇ ਯੁੱਗ ਬਦਲ ਜਾਣਗੇ, ਇਸੇ ਕਰਕੇ ਸਤਿਗੁਰੂ ਦੇ ਬਚਨਾਂ ਨੂੰ, ਸਤਿਗੁਰੂ ਦੀ ਬਾਣੀ ਨੂੰ ਆਪਾਂ ਜੁੱਗੋ ਯੁੱਗ ਅਟੱਲ ਕਹਿੰਦੇ ਆ। ਇਹਦਾ ਭਾਵ ਹੈ ਵੀ ਯੁੱਗ ਬਦਲਦੇ ਜਾਣਗੇ ਪਰ ਸਤਿਗੁਰੂ ਦੇ ਬਚਨ ਅਟੱਲ ਰਹਿਣਗੇ, ਉਹਨਾਂ ਦਾ ਅਰਥ ਉਹੀ ਰਹੇਗਾ। ਸਤਿਗੁਰੂ ਦੇ ਬੋਲ ਇਹ ਅਮਰ ਬੋਲ ਹਨ, ਸਾਡੇ ਬੋਲ ਵਕਤੀ ਬੋਲ ਹਨ। ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਜਿਵੇਂ ਹਰੀ ਚੰਦ ਰਾਜਾ ਹਮੇਸ਼ਾ ਸੱਚ ਬੋਲਦਾ ਸੀ, ਇਸੇ ਪ੍ਰਕਾਰ ਆਪ ਜੀ ਦੇ ਬਚਨ ਵੀ ਯਥਾਰਥ ਸੱਚੇ ਹਨ। ਬਿਦਤ ਬਿਨੇ ਬੜੇ ਬੰਸ ਚਲ ਆਏ ਹੋ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਿਦਤ ਬਿਨੈ, ਆਪ ਜੀ ਦੀ ਜਿਹੜੀ ਨਿਮਰਤਾ ਹੈ, ਇਹ ਸਾਰੇ ਸੰਸਾਰ ਵਿੱਚ ਬਿਦਤ ਭਲੀ ਪ੍ਰਕਾਰ ਕਰਕੇ ਸਾਰੇ ਜਾਣੂ ਹਨ ਆਪ ਜੀ ਦੀ ਨਿਮਰਤਾ ਤੋਂ। ਔਰ ਬੜੇ ਬੰਸ ਚੱਲ ਆਏ ਹੋ, ਆਪ ਜੀ ਤਾਂ ਵੱਡੇ ਵੰਸ਼ ਦੇ ਵਿੱਚ ਚੱਲ ਕੇ ਆਓ। ਆਪ ਜੀ ਦਾ ਜਿਹੜਾ ਵੰਸ਼ ਹੈ, ਆਪ ਜੀ ਦੀ ਜਿਹੜੀ ਕੁਲ ਹੈ, ਸੋਢੀਆਂ ਦੀ ਕੁਲ, ਇਹ ਤੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਤੋਂ ਲੈ ਕੇ ਆਪ ਜੀ ਦੇ ਪੂਰਵਜ ਵੱਡੇ ਵਡੇਰੇ, ਇਹ ਸਾਰੇ ਹੀ ਸ਼ੋਭਾ ਵਾਲੀ ਕੁਲ ਹੈ ਆਪ ਦੀ। ਤੀਜ ਕੋ ਤਰਨ ਤਰਵਾਰ ਕੋ ਪਰਸ਼ੁਰਾਮ। ਤੇ ਮਹਾਰਾਜ ਸੱਚੇ ਪਾਤਸ਼ਾਹ ਤੇਜ ਪ੍ਰਤਾਪ ਵਿੱਚ ਆਪ ਜੀ ਤਰਨ ਸੂਰਜ ਵਾਂਗੂ ਹੋ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸੂਰਜ ਵਾਂਗੂ ਤੇਜ ਪ੍ਰਤਾਪ ਵਾਲੇ ਹੋ। ਔਰ ਇਸੇ ਪ੍ਰਕਾਰ ਤੇਜ ਕੋ ਤਰਨ ਤਰਵਾਰ ਕੋ ਪਰਸ਼ੁਰਾਮ, ਜਿਵੇਂ ਪਰਸ਼ੁਰਾਮ ਦਾ ਕੁਹਾੜਾ ਚੱਲਦਾ ਸੀ ਨਾ, ਉਹਨੇ ਛੱਤਰੀਆਂ ਦੀਆਂ 21 ਕੁਲਾਂ ਨਾਸ਼ ਕਰ ਦਿੱਤੀਆਂ ਸੀ, ਇਸੇ ਪ੍ਰਕਾਰ ਮਹਾਰਾਜ ਆਪ ਜੀ ਦੀ ਤਲਵਾਰ ਚੱਲਦੀ ਹੈ। ਆਪ ਜੀ ਤਲਵਾਰ ਦੇ ਧਨੀ ਸੂਰਮੇ ਹੋ ਪਰਸ਼ੁਰਾਮ ਦੇ ਵਾਂਗੂ। ਗੁਰਨ ਮੈਂ ਐਸੇ ਗੁਰੂ ਗੋਬਿੰਦ ਕਹਾਈ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦੇ ਵਿੱਚ ਲੋਕ ਗੁਰੂ ਬਹੁਤ ਕਹਾਉਂਦੇ, ਬੜੇ ਗੁਰੂ ਆਏ, ਬੜੇ ਆਉਣਗੇ, ਬੜੇ ਹੈ ਨਾ, ਪਰ ਗੁਰੂਆਂ ਦੇ ਵਿੱਚੋਂ ਆਪ ਜੀ ਦੀ ਵਡਿਆਈ ਵੱਡੀ ਹੈ। ਸਰਮੌਰ ਗੁਰੂ ਕਹਾਏ ਹੋ ਆਪ ਜੀ। ਸੁੰਦਰ ਅਨੰਗ ਕਿਦੋਂ ਚਪਲ ਰੰਗ ਸਮ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਘੋੜੇ ਹੈ ਉਹ ਸੁੰਦਰ ਹਨ, ਕਾਮ ਦੇ ਵਰਗੇ, ਔਰ ਇਸੇ ਤਰ੍ਹਾਂ ਕਿਦੋਂ ਚਪਲ ਕੁਰੰਗ ਸਮ। ਤੇ ਮਹਾਰਾਜ ਸੱਚੇ ਪਾਤਸ਼ਾਹ ਬਿਜਲੀ ਦੀ ਫੁਰਤੀ ਵਰਗੇ, ਤੇ ਚੰਚਲ ਜਿਹੜੇ ਹਨ ਤੁਹਾਡੇ ਘੋੜਿਆਂ ਦੀ ਚੰਚਲਤਾਈ ਜਿਹੜੀ ਕੁਰੰਗ ਸਮ, ਹਰਨਾਂ ਦੇ ਬਰਾਬਰ ਤੁਹਾਡੇ ਘੋੜਿਆਂ ਦੀ ਚੰਚਲਤਾਈ ਹੈ। ਗਰੜ ਕੇ ਸੰਗ ਚੱਲ ਅਗੇ ਹੀ ਕੋ ਠੀਕ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੜ ਵੀ ਜੇ ਇਹਨਾਂ ਦੇ ਨਾਲ ਚੱਲ ਪਏ ਨਾ, ਗਰੜ ਇਹਨਾਂ ਦੇ ਸੰਗ ਚੱਲ ਪਏ ਤੇ ਆਗੇ ਹੂ ਕੋਈ ਚੇਤ ਹੈ।
ਤੇ ਉਹ ਵੀ ਇਹੀ ਚੇਤੇ ਕਰੇਗਾ ਵੀ ਮੈਂ ਤਾਂ ਪਛਾਣ ਰਹਿ ਜਾਊਂਗਾ, ਮੇਰੀ ਉਡਾਰੀ ਉਨੀ ਤੇਜ਼ ਤਰਾਰ ਨਹੀਂ ਜਿੰਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਘੋੜੇ ਤੇਜ਼ ਚੰਚਲ ਹਨ। ਮਨ ਕੋ ਪਾਛੇ ਕਰ ਮਨ ਕੋ ਗਮਨ ਹਰ। ਮਹਾਰਾਜ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਵਡਿਆਈ ਕਰਦਾ ਕਵੀ ਕਹਿੰਦਾ ਵੀ ਪਵਨ ਕੋ ਪਾਛੇ ਕਰ, ਪਵਨ ਨੂੰ ਹਵਾ ਨੂੰ ਪਿੱਛੇ ਕਰਦੇ ਜਾਂਦੇ ਆ ਘੋੜੇ ਇੰਨੇ ਤੇਜ਼ ਹੈ। ਔਰ ਮਨ ਕੋ ਗਵਨ ਹਰ, ਮਨ ਦਾ ਜਿਹੜਾ ਗਮਤਾ ਹੈ, ਮਨ ਦਾ ਭੱਜਣਾ, ਕਿਉਂਕਿ ਮਨ ਆਪਣਾ ਇੱਕ ਸਕਿੰਟ ਦੇ ਵਿੱਚ ਇੱਥੇ ਆ, ਦੂਜੇ ਸਕਿੰਟ ਵਿੱਚ ਆਸਟ੍ਰੇਲੀਆ, ਇੱਕ ਸਕਿੰਟ ਵਿੱਚ ਇੱਥੇ ਇੰਡੀਆ ਪੰਜਾਬ ਵਿੱਚ ਬੈਠਾ, ਦੂਜੇ ਸਕਿੰਟ ਦੇ ਵਿੱਚ ਅਮਰੀਕਾ ਕੈਨੇਡਾ, ਕਿਉਂਕਿ ਮਨ ਦੀ ਗਤੀ ਬਹੁਤ ਤੇਜ਼ ਆ ਨਾ। ਮਨ ਇੱਕ ਪਲਾਂ ਛਿਨਾਂ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਜਾ ਆਉਂਦਾ। ਪਰ ਮਨ ਕੋ ਗਵਨ ਹਰ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਘੋੜਿਆਂ ਦੀ ਜਿਹੜੀ ਚਾਲ ਹੈ, ਤੁਹਾਡੇ ਘੋੜਿਆਂ ਦੀ ਜਿਹੜੀ ਗਤੀ ਹੈ, ਇਹ ਤਾਂ ਮਨ ਦੇ ਵੀ ਵੇਗ ਨੂੰ ਹਰਾਉਣ ਵਾਲੀ ਹੈ। ਧਰ ਮੈਂ ਪਰਤ ਮਾਇ ਮਾਂਦ ਜਾਇ ਸੀਤ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਘੋੜਿਆਂ ਦੀ ਜਿਹੜੀ ਦੌੜ ਹੈ, ਘੋੜਿਆਂ ਦੀ ਭਾਜ ਹੈ, ਉਹ ਤਾਂ ਪਲਕ ਮਾਹੇ, ਪਲ ਦੇ ਵਿੱਚ ਹੀ, ਬਹੁਤ ਥੋੜੇ ਸਮੇਂ ਵਿੱਚ ਹੀ ਫਾਂਦ ਜਾਹੇ ਸੇਤ ਹੈ। ਵੱਡੇ ਵੱਡੇ ਸੇਤੂ ਕਹੀਏ ਪੁਲਾਂ ਨੂੰ ਮਿੰਟੋ ਮਿੰਟੀ ਟੱਪ ਜਾਂਦੇ ਹਨ, ਤੁਹਾਡੇ ਘੋੜੇ ਪਲਾਂ ਛਿਨਾਂ ਦੇ ਵਿੱਚ ਹੀ ਪਾਰ ਕਰ ਜਾਂਦੇ ਹਨ ਵੱਡੇ ਪੁਲਾਂ ਨੂੰ। ਰਬ ਰਥ ਚੜ੍ਹਤ ਉਤਰ ਜਾਤ ਜਾਈਏ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਰਾਵ ਨਾਮ ਹੈ ਸੂਰਜ ਦਾ। ਸੂਰਜ ਜਦੋਂ ਆਪਣੇ ਰਥ ਦੇ ਉੱਤੇ ਚੜ੍ਹਦਾ ਨਾ, ਉਤਰ ਜਾਤ ਜਾਹੀ ਲੀਏ, ਇਸੇ ਕਰਕੇ ਕਹਿੰਦੇ ਉਹ ਆਪਣੇ ਰਥ ਤੋਂ ਹੇਠਾਂ ਉਤਰ ਜਾਂਦਾ ਹੈ। ਮੇਰੀ ਇੱਕ ਅਨੇਕ ਸਾਜਨ ਸਮੇਤ ਹੈ। ਕਿਉਂਕਿ ਉਹਨੂੰ ਲੱਗਦਾ ਹੈ ਵੀ ਮੇਰੇ ਰਥਾਂ ਦੀ, ਮੇਰੇ ਘੋੜਿਆਂ ਦੀ ਕੀ ਸ਼ੋਭਾ ਹੈ। ਉਹ ਤਾਂ ਰਾਤ ਦੇ ਸਮੇਂ ਆਪਣੇ ਰਥਾਂ ਤੋਂ ਉਤਰ ਜਾਂਦਾ ਹੈ। ਕਹਿੰਦਾ ਵੀ ਮੇਰੇ ਕੋਲ ਤਾਂ ਇੱਕੋ ਹੀ ਰਥ ਆ ਨਾ, ਸਤਮੁਖੀਆ ਘੋੜਾ ਮੇਰੇ ਕੋਲ, ਤੇ ਇਹ ਅਨੇਕ ਸਾਜਨ ਸਮੇਤ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲੇ ਜਿਹੜੇ ਘੋੜੇ ਹੈ, ਅਨੇਕਾਂ ਪ੍ਰਕਾਰ ਦੇ ਸਾਜੋ ਸਮਾਨ ਦੇ ਸਮੇਤ ਅਨੇਕਾਂ ਹੀ ਹਨ। ਐਸੇ ਬਾਜੀ ਦੇਖੀਏ ਨਾ ਕਹੂੰ ਤੀਨ ਭਵਨ ਮੈਂ। ਐਸੇ ਜਿਹੜੇ ਬਾਜੀ ਘੋੜੇ ਹਨ, ਤਿੰਨਾਂ ਭਵਨਾਂ ਦੇ ਵਿੱਚ, ਤਿੰਨਾਂ ਲੋਕਾਂ ਵਿੱਚ ਨਹੀਂ ਦੇਖੇ ਕਿਤੇ। ਭਵਨ ਕੋ ਜੈਸੇ ਗੁਰੂ ਗੋਬਿੰਦ ਜੀ ਦੀਤ ਹੈ। ਕਵੀਆਂ ਦੀਆਂ ਕਵਿਤਾਵਾਂ ਉੱਤੇ ਖੁਸ਼ ਹੋ ਕੇ ਬਖਸ਼ਿਸ਼ਾਂ ਦੇ ਵਿੱਚ, ਬਖਸ਼ਿਸ਼ਾਂ ਨਾਲ ਨਵਾਜਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਤਰ੍ਹਾਂ ਦੇ ਘੋੜੇ ਕਵੀਆਂ ਨੂੰ ਬਖਸ਼ ਦਿੰਦੇ ਹਨ, ਇਹੋ ਜਿਹੇ ਘੋੜੇ ਤਾਂ ਤਿੰਨਾਂ ਲੋਕਾਂ ਵਿੱਚ ਹੀ ਨਹੀਂ ਹਨ। ਪੂਰਨ ਕੋ ਨਰ ਹੂਰ ਮਿਲੇ ਬਾਰੇ। ਹੂਰਾਂ ਜਿਹੜੀਆਂ ਉਹਨਾਂ ਨੂੰ ਕਹਿੰਦੇ ਨਰ ਮਿਲ ਜਾਂਦੇ ਆ, ਜਿਹੜੇ ਸੂਰਮੇ, ਕਿਉਂਕਿ ਹੂਰਾਂ ਵਰਨ ਵਾਸਤੇ ਆਉਂਦੀਆਂ ਜਦੋਂ ਮੈਦਾਨੇ ਜੰਗ ਵਿੱਚ ਸੂਰਮਗਤੀ ਨਾਲ ਜੂਝ ਕੇ ਸੂਰਮੇ ਸ਼ਹੀਦ ਹੁੰਦੇ ਆ। ਸੋ ਇਸੇ ਪ੍ਰਕਾਰ ਕਹਿੰਦੇ ਜਿਹੜੀਆਂ ਹੂਰਾਂ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਵਰਨ ਵਾਸਤੇ ਸੂਰਮੇ ਯੋਧੇ ਮਰਦ ਮਿਲਦੇ ਹਨ। ਤੇ ਮੈਦਾਨੇ ਜੰਗ ਵਿੱਚ ਜਿਹੜੀਆਂ 64 ਪ੍ਰਕਾਰ ਦੀਆਂ ਜੋਗਣੀਆਂ, ਕਲ ਜੋਗਣੀਆਂ ਜਿਹੜੀਆਂ ਹਨ, ਮਾਸ ਖਾਣ ਵਾਲੀਆਂ। ਸੋ ਕਹਿੰਦੇ ਸੈਨ ਅਘਾਈ, ਜਿੱਥੇ ਸੈਨਾ ਨੂੰ ਆਪ ਜੀ ਨੇ ਅਘਾ ਦਿੱਤਾ ਹੈ, ਨਾਸ਼ ਕੀ ਸੈਨਾ ਨੂੰ ਮਾਰਿਆ ਹੈ, ਉਹ ਸੈਨਾ ਦੇ ਵਿੱਚ ਆ ਕੇ ਕਹਿੰਦੇ ਉਹ ਵੀ ਰੱਜ ਜਾਂਦੀਆਂ ਹਨ ਮੈਦਾਨੇ ਜੰਗ ਵਿੱਚ। ਸਾਰੇ ਗਿੱਦੜ ਵੀ ਮਿਲ ਕੇ ਆਪ ਜੀ ਨੂੰ ਅਸੀਸਾਂ ਦਿੰਦੇ ਆ, ਕਿਉਂਕਿ ਉਹਨਾਂ ਨੂੰ ਵੀ ਮਾਸ ਆਦਿਕ ਖਾਣ ਨੂੰ ਮਿਲਦਾ ਮੈਦਾਨੇ ਜੰਗ ਵਿੱਚ। ਤੇ ਗਿੱਧਾਂ ਦੇ ਨਾਲ, ਗਿਰਜਾਂ ਦੇ ਨਾਲ ਜਿਹੜੀ ਰਣ ਭੂਮੀ ਹੈ ਮੈਦਾਨੇ ਜੰਗ ਸ਼ੋਭਨੀਕ ਹੋ ਰਿਹਾ ਹੈ। ਜਿਨ੍ਹਾਂ ਇਸਤਰੀਆਂ ਨੇ ਆਪਣੇ ਸੁਹਾਗਾਂ ਨੂੰ ਛੱਡ ਦਿੱਤਾ ਮੈਦਾਨੇ ਜੰਗ ਵਿੱਚ, ਜਿਹੜੇ ਜਿਨ੍ਹਾਂ ਦੇ ਸੁਹਾਗ ਗਏ ਆ ਨਾ, ਉਹ ਵਿਧਵਾ ਹੋ ਗਈਆਂ। ਬਾਕੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਖੁਸ਼ ਹੁੰਦੇ ਆ, ਪਰ ਜਿਹੜੀਆਂ ਵਿਧਵਾ ਹੋ ਜਾਂਦੀਆਂ, ਜਿਨ੍ਹਾਂ ਸੂਰਮਿਆਂ ਨੂੰ ਤੁਸੀਂ ਮੈਦਾਨੇ ਜੰਗ ਵਿੱਚ ਤੇਗ ਦੇ ਘਾਟ ਉਤਾਰ ਦਿੰਦੇ ਹੋ, ਇੱਕ ਬੈਰਨ ਕੀ ਤੀ ਕੋ ਦੁਖਤਾਈ, ਜਿਹੜੀਆਂ ਬੈਰੀਆਂ ਦੀਆਂ ਤੀ ਕਹੀਏ ਇਸਤਰੀਆਂ ਨਾ, ਉਹ ਦੁਖਤਾਈ, ਉਹ ਦੁਖੀ ਹੁੰਦੀਆਂ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕੇਹਰ ਨਾਮ ਹੈ ਸ਼ੇਰ ਦਾ ਤੇ ਸ਼ੇਰ ਨਾਮ ਹੈ ਸਿੰਘ ਦਾ। ਗੋਬਿੰਦ ਕੇਹਰ ਭਾਵ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜਿਹੜੀ ਤਲਵਾਰ ਹੈ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਲਵਾਰ ਵਾਹੁੰਦੇ ਆ ਨਾ ਮੈਦਾਨੇ ਜੰਗ ਵਿੱਚ, ਤਲਵਾਰ ਚਲਾਉਂਦੇ ਆ, ਕਹਿੰਦੇ ਨਾਰਦ ਕੇ ਘਰ ਹੋਤ ਵਧਾਈ, ਨਾਰਦ ਦੇ ਘਰੇ ਵਧਾਈਆਂ ਮਿਲਦੀਆਂ, ਕਿਉਂਕਿ ਨਾਰਦ ਦੀ ਜਿਹੜੀ ਘਰ ਦੀ ਹੈ, ਨਾਰਦ ਦੀ ਘਰ ਵਾਲੀ, ਉਹਦਾ ਨਾਮ ਕਲਾ ਹੈ, ਕਲਾ ਦਾ ਪਤੀ ਹੈ ਨਾਰਦ। ਸੋ ਕਲਾ ਹੁੰਦੀ ਹੈ ਜਿੱਥੇ ਲੜਾਈ ਹੁੰਦੀ ਹੈ, ਤੇ ਨਾਰਦ ਦੀ ਘਰ ਵਾਲੀ ਤਾਂ ਖੁਸ਼ ਹੋਣੀ ਹੈ।
ਜਦੋਂ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤਲਵਾਰ ਚੱਲਦੀ ਹੈ, ਕਵੀ ਜੀ ਉਪਮਾ ਦਿੰਦੇ ਕਹਿੰਦੇ ਆ ਵੀ ਨਾਰਦ ਦੇ ਘਰ ਦੇ ਵਿੱਚ ਵੀ ਵਧਾਈਆਂ ਮਿਲਦੀਆਂ, ਕਲਾ ਖੁਸ਼ ਹੁੰਦੀ ਆ ਉਹਦੀ ਘਰ ਵਾਲੀ। ਆਵਤ ਨਾ ਤੀਰ ਤੀਰ ਮਾਰ ਨਾ ਕਮਾਨ ਕਰੇ। ਸੋ ਇਸ ਪ੍ਰਕਾਰ ਕਹਿੰਦੇ ਤੀਰ ਨੇੜੇ ਨਹੀਂ ਆਉਂਦੇ, ਕਮਾਨ ਮਾਨ ਨਹੀਂ ਕਰਦੀ। ਗੋਲਨ ਕੀ ਬੂੰਦ ਦੂੰਦ ਬੂੰਦ ਮਰੇ ਬਾਰ ਹੈ। ਤੇ ਇਸੇ ਪ੍ਰਕਾਰ ਜੰਗ ਵਿੱਚ ਜਿਹੜੀ ਗੋਲੀਆਂ ਦੀ ਵਿਛਾੜ ਹੈ, ਮਾਨੋ ਇਹ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਹਨ। ਸੀਨ ਬਰ ਸੀਨ ਲੈ ਸਹਿਦੀਪ ਹੈ ਕੋਟਿਕ। ਬਰਸ਼ੀਆਂ ਨੂੰ ਛੀਨ ਕਰ ਦਿੰਦੀ ਹੈ, ਖੋਹ ਲੈਂਦੀ ਹੈ ਬਰਸ਼ੀਆਂ ਨੂੰ। ਕਾਰਨ ਕਬੀਰ ਅਤ ਬੈਠੀ ਬਰਦਾਰ ਹੈ। ਇਸੇ ਪ੍ਰਕਾਰ ਬਰਸ਼ੀਆਂ ਨੂੰ ਛੀਨ ਕਰ ਦਿੰਦੀ ਹੈ, ਖੋਹ ਲੈਂਦੀ ਹੈ। ਸੈਥੀ ਨੂੰ ਕੀ ਟਿਕਾਓ ਹੋ ਸਕਦਾ ਹੈ? ਜਿਹੜੀ ਬਰਸ਼ੀ ਹੈ ਇਹਨੂੰ ਕਹਿੰਦੇ ਕੀ ਟਿਕਾਓ ਹੋ ਸਕਦਾ ਹੈ? ਵੱਡੇ ਵੀਰਾਂ ਦੀਆਂ ਕਟਾਰਾਂ ਨੂੰ ਝਪਟਣ ਦੇ ਲਈ ਇਹ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਰਸ਼ੀ ਹੈ, ਇਹ ਤਿਆਰ ਬਰ ਤਿਆਰ ਰਹਿੰਦੀ ਹੈ। ਛੁਰੀ ਨਾ ਛੋਤ ਗੁਰਜਨ ਹੂੰ ਕੀ ਗਰਜਨਾ। ਇਸ ਪ੍ਰਕਾਰ ਕਹਿੰਦੇ ਛੁਰੀ ਨਾ ਛੋਹਤ ਗੁਰਜਨ ਹੂੰ ਕੀ ਗੁਰਜਨਾ। ਇਸ ਪ੍ਰਕਾਰ ਕਹਿੰਦੇ ਜਿਹੜੀ ਛੁਰੀ ਹੈ ਉਹ ਛੂਹ ਨਹੀਂ ਸਕਦੀ, ਤੇ ਜਿਹੜੀ ਗੁਰਜਾਂ ਹਨ ਉਹਨਾਂ ਦੀ ਗੁਰਜ ਨਾ, ਉਹਨਾਂ ਦੀ ਸ਼ੋਭਾ ਨਹੀਂ ਹੋਰ ਕੋਈ। ਤੇ ਇਸੇ ਪ੍ਰਕਾਰ ਬਰ ਕਹੀਏ ਸ੍ਰੇਸ਼ਟ ਜਿਹੜੇ ਤਬਰਨ ਕੋ ਨਿਵਾਰਤ ਨਿਹਾਰ ਹੈ। ਚੰਗੇ ਕੁਹਾੜਿਆਂ ਨੂੰ ਵੀ ਪਾਸੇ ਕਰਦੀ ਦਿਖਦੀ ਹੈ, ਕੁਹਾੜਿਆਂ ਤੋਂ ਵੀ ਬਹੁਤ ਜ਼ਿਆਦਾ ਤਿੱਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤਲਵਾਰ। ਸੈਨਾ ਦੇ ਵਿੱਚ, ਫੌਜਾਂ ਦੇ ਵਿੱਚ ਜਿਹੜੇ ਵੈਰੀ ਆ ਉਹਨਾਂ ਦਾ ਘਾਹ ਕੀਤਾ, ਉਹਨਾਂ ਨੂੰ ਮਾਰਿਆ। ਕਹਾਂ ਕਹੂੰ ਸੂਹਾ ਕੀ। ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤਲਵਾਰ ਦੀ ਕਿੱਥੋਂ ਤੱਕ ਸੋਭਾ ਆਖੀਏ। ਐਸੀ ਬਾਂਕੀ ਤਲਵਾਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ, ਜਿਹਨੇ ਸੂਹਾ ਕੀ ਸਫਾਈ ਕਰ ਦਿੱਤੀ ਹੈ ਵੈਰੀਆਂ ਦੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੱਥ ਵਿੱਚ ਐਸੀ ਬਾਂਕੀ ਤਲਵਾਰ ਹੈ। ਕਹਿੰਦੇ ਜਦੋਂ ਮਿਆਨ ਵਿੱਚੋਂ ਨਿਕਲਦੀ ਆ ਨਾ, ਇਉਂ ਨਿਕਲਦੀ ਹੈ ਜਿਵੇਂ ਬੱਦਲਾਂ ਵਿੱਚੋਂ ਬਿਜਲੀ ਨਿਕਲਦੀ ਹੁੰਦੀ ਹੈ। ਕਹਿੰਦੇ ਜਿਵੇਂ ਕਾਲ ਦੀ ਜੀਭ ਲੱਪ ਲੱਪ ਕਰਦੀ ਆ ਨਾ, ਇਸੇ ਪ੍ਰਕਾਰ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤਲਵਾਰ ਲਹਿ ਲਹਿ ਕਰ ਰਹੀ ਹੈ। ਜਦੋਂ ਕਹਿੰਦੇ ਲੱਗਦੀ ਆ ਜਾ ਕੇ ਅਰੀ ਨੂੰ, ਵੈਰੀ ਦੇ ਗਲੇ ਨੂੰ, ਤੇ ਧਰਤੀ ਤੇ ਡੇਗ ਦਿੰਦੀ ਹੈ ਧੜਾਂ ਤੇ ਸਿਰਾਂ ਨੂੰ। ਤੇ ਫਿਰ ਕਹਿੰਦੇ ਧੀਰਜ ਨਹੀਂ ਧਾਰਦਾ ਬੈਰੀ, ਚੌਂ ਚੱਕਾਂ ਦੇ ਵਿੱਚ ਹਲਚਲ ਪੈ ਜਾਂਦੀ ਹੈ, ਭੱਜ ਉੱਠਦੇ ਹਨ ਬੈਰੀ। ਕੌਣ ਰਹਿ ਠਾਡੋ ਸ੍ਰੀ ਗੋਬਿੰਦ ਸਿੰਘ ਆਪੇ ਆਪ ਆਗੇ। ਕੌਣ ਰਹੇ ਠਾਡੋ ਗੁਰੂ ਗੋਬਿੰਦ ਸਿੰਘ ਆਪ ਆਗੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹ ਆਪ ਜੀ ਦੇ ਅੱਗੇ ਕਿਹੜਾ ਸੂਰਮਾ ਅੜ ਕੇ ਖੜਾ ਰਹਿ ਸਕਦਾ ਹੈ। ਜਲ ਦੇ ਥਾਂ ਉਲਟ ਕੇ ਥਲ ਹੋ ਜਾਂਦੇ ਆ, ਜਿਹੜੇ ਜਲ ਸੀ ਉਹ ਪਥਲ ਭਾਵ ਪਾਣੀ ਦੇ ਥਲ ਹੋ ਜਾਂਦੇ ਹਨ। ਤੇ ਇਸੇ ਪ੍ਰਕਾਰ ਬੈਰੀ ਜਿਹੜੇ ਭੱਜ ਜਾਂਦੇ ਆ ਬਿਨਾਂ ਦੇਰ ਕੀਤਿਆਂ, ਨੇਰ ਕਰੈ ਨਾ ਸੰਤੋਖ ਸਿੰਘ, ਨੇੜੇ ਨਹੀਂ ਆਉਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਤਲਵਾਰ ਨੂੰ ਪਲ ਪਲ ਵਿੱਚ ਵੇਖ ਕੇ, ਸੋ ਪਲ ਪਲ ਕਰਕੇ ਜਿਹੜੀ ਲਿਸ਼ਕਦੀ ਹੋਈ ਤਲਵਾਰ ਹੈ ਉਸ ਨੂੰ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਵੀ ਵੈਰੀ ਆਪ ਜੀ ਦੇ ਨੇੜੇ ਨਹੀਂ ਆਉਂਦਾ ਹੈ। ਹੇਰ ਸ਼ਮਸ਼ੇਰ ਸ਼ਮਸ਼ੇਰ ਤੇਰੀ ਪਲ ਪਲ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸ਼ੇਰ ਦੇ ਕੋਲੇ ਬਾਕੀ ਜਾਨਵਰ ਨੇੜੇ ਨਹੀਂ ਆਉਂਦੇ ਨਾ, ਇਸੇ ਪ੍ਰਕਾਰ ਆਪ ਜੀ ਦੀ ਤਲਵਾਰ, ਆਪ ਜੀ ਦੀ ਸ਼ਮਸ਼ੀਰ ਨੂੰ ਵੇਖ ਕੇ ਵੈਰੀ ਜਿਹੜੇ ਉਹ ਆਪ ਜੀ ਦੇ ਨੇੜੇ ਨਹੀਂ ਆਉਂਦੇ ਹਨ। ਸੋ ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੈ। ਇੱਕ ਅਧਿਆਏ ਇਸ ਪੰਜਵੀਂ ਰੁੱਤ ਦਾ ਬਾਕੀ ਰਹਿ ਗਿਆ ਹੈ। ਇਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ
ਇਹ ਆਪਾਂ ਸੰਪੂਰਨ ਕਰ ਲਵਾਂਗੇ। ਫਿਰ ਅੱਗੇ 6ਵੀਂ ਰੁੱਤ ਆਰੰਭ ਹੋ ਜਾਣੀ ਹੈ। ਸਤਿਗੁਰੂ ਜੀ ਦੇ ਜੀਵਨ ਦੀ ਕਥਾ ਵਿਚਾਰ, ਸਤਿਗੁਰੂ ਜੀ ਦੀ ਉਪਮਾ ਮਹਿਮਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ। ਆਪ ਜੀ ਦੇ ਚਰਨਾਂ ਦੀ ਸੇਵਾ ਇਸੇ ਪ੍ਰਕਾਰ ਲੈਂਦੇ ਰਹਿਣ। ਆਓ ਸਮਾਪਤੀ ਦੀਆਂ 2 ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਦੀ ਸਾਂਝ ਕਰੀਏ, ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਭਾਜੈ ਬਿਨ ਧੀਰ ਨਿਰ ਕਰੈ ਨਾ ਸੰਤੋਖ ਸਿੰਘ। ਹੇਰ ਸ਼ਮਸ਼ੇਰ ਸ਼ਾਮ ਤੇਰੀ ਪਲ ਪਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।